ਜਾ ਕੈ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ, ਜੋ ਸਭ ਮਹਿ ਰਹਿਆ ਸਮਾਈ। ਹਰ ਹਰ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵਹੁ। ਪੂਰਨ ਹੋਵੈ ਕਾਲਾ, ਸਾਰ ਸੰਭਾਲੈ ਨਿਤ ਪ੍ਰਤਪਾਲੈ। ਪ੍ਰੇਮ ਸਹਿਤ ਗਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ। ਜਗਤ ਜੀਵਨ ਕੈਸੇ ਪਾਵੈ, ਸਾਰ ਸੰਭਾਲੈ ਨਿਤ ਪ੍ਰਤਪਾਲੈ। ਪ੍ਰੇਮ ਸਹਿਤ ਗਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ। ਜਗਤ ਜੀਵਨ ਕੈਸੇ ਪਾਵੈ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪਾਵਤ ਰਲਿਆ ਜੋਬਨ ਬਲਿਆ, ਨਾਮ ਬਿਨਾ ਮਾਟੀ ਸੰਗ ਰਲਿਆ। ਕਾਨ ਕੁੰਡਲਿਆ ਬਸਤਰ ਓਡਲਿਆ, ਸੇਜ ਸੁਖਲਿਆ ਮਨ ਗਰਬਲਿਆ। ਪਾਵਤ ਰਲਿਆ ਜੋਬਨ ਬਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਆਸਾ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਇੱਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੈਠੇ ਸਨ ਤੇ ਇੱਕ ਹੰਕਾਰੀ ਰਾਜਾ ਬੜੇ ਹੰਕਾਰ ਦੇ ਨਸ਼ੇ ਵਿੱਚ ਘੋੜੇ ਤੇ ਅਸਵਾਰ ਹੋ ਕਰਕੇ ਆ ਰਿਹਾ ਸੀ ਤੇ ਜਿੰਨੇ ਵੀ ਉਹਦੇ ਕੋਈ ਸਿਪਾਹੀ ਅਹਿਲਕਾਰ ਸਨ ਉਹ ਅੱਗੇ ਅੱਗੇ ਹੋਕਾ ਦਿੰਦੇ ਉਹ ਆ ਰਹੇ ਸਨ ਕਿ ਰਾਜੇ ਨੂੰ ਸਾਰੇ ਝੁਕ ਕਰਕੇ ਸਲਾਮਾਂ ਕਰੋ, ਅੱਗੇ ਹੋ ਕਰਕੇ ਸਾਰੇ ਨਮਸਕਾਰਾਂ ਕਰੋ। ਤੇ ਜਿਹੜਾ ਕੋਈ ਸਲਾਮ ਨਹੀਂ ਸੀ ਕਰਦਾ, ਕੋਈ ਨਮਸਕਾਰ ਨਹੀਂ ਸੀ ਕਰਦਾ, ਅੱਗੇ ਹੋ ਕੇ ਉਸ ਨੂੰ ਡੰਨ ਦਿੱਤਾ ਜਾਂਦਾ ਸੀ, ਉਸ ਨੂੰ ਫੜ ਕਰਕੇ ਕੈਦ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਜਦੋਂ ਹਜੂਰ ਦੇ ਨੇੜੇ ਆਇਆ ਤੇ ਮਹਾਰਾਜ ਸਾਹਿਬ ਜੀ ਉਸ ਨੂੰ ਹੰਕਾਰੀ ਜਾਣ ਕੇ ਹੰਕਾਰ ਉਸ ਦਾ ਮਾਣ ਦੂਰ ਕਰਨ ਦੇ ਲਈ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਰਾਜਾ, ਜਿਸ ਦਾ ਤੂੰ ਹੰਕਾਰ ਕਰਦਾ ਹੈ, ਹੰਕਾਰ ਦੇ ਨਸ਼ੇ ਵਿੱਚ ਤੋਂ ਸਭ ਨੂੰ ਆਪਣਾ ਗੁਲਾਮ ਬਣਾਉਣ ਦਾ ਯਤਨ ਕਰ ਰਿਹਾ ਹੈ, ਹਕੂਮਤ ਦੇ ਨਸ਼ੇ ਵਿੱਚ ਸਭ ਦੇ ਉੱਪਰ ਤੂੰ ਆਪਣਾ ਜ਼ੋਰ ਪਾ ਰਿਹਾ ਹੈ, ਇਹ ਹਕੂਮਤ ਕਿੰਨਾ ਕੁ ਸਮਾਂ ਤੇਰੇ ਕੋਲ ਰਹਿਣ ਵਾਲੀ ਹੈ? ਜਿਸ ਸਰੀਰ ਦਾ ਤੂੰ ਮਾਣ ਕਰਦਾ, ਹੰਕਾਰ ਦੇ ਨਸ਼ੇ ਵਿੱਚ ਤੁਰਿਆ ਫਿਰ ਰਿਹਾ ਹੈ, ਇਹ ਸਰੀਰ ਵੀ ਕਿਹੜਾ ਸਦਾ ਵਾਸਤੇ ਰਹਿਣ ਵਾਲਾ ਹੈ? ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਉਸ ਰਾਜੇ ਦੇ ਹਿਰਦੇ ਅੰਦਰ ਨਿਮਰਤਾ ਬਖਸ਼ਿਸ਼ ਕੀਤੀ ਹੈ ਔਰ ਸਾਨੂੰ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਜੀਵਨ ਦੇ ਅੰਦਰ ਕੋਈ ਵੀ ਮਰਤਬਾ ਹੋਵੇ, ਜਿੰਨਾ ਮਰਜ਼ੀ ਵੱਡਾ ਭਾਵੇਂ ਛੋਟਾ ਕੋਈ ਰੁਤਬਾ ਹੋਵੇ, ਕਿਸੇ ਵੀ ਰਾਜ ਤਖਤ ਤੇ ਕੋਈ ਬੈਠਾ ਹੋਵੇ, ਉਹਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਭਾਵੇਂ ਕਿ ਉੱਚਾ ਰੁਤਬਾ, ਚਾਹੇ ਕੋਈ ਛੋਟਾ ਹੈ, ਪਰ ਹੰਕਾਰ ਕਰਨਾ ਕਿਸੇ ਦਾ ਵੀ ਮਾੜਾ ਹੈ। ਜਾਂ ਫਿਰ ਆਪਣੇ ਸਰੀਰ ਦਾ ਭਾਵੇਂ ਹੰਕਾਰ ਕਰੀ ਜਾਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਰੀਰ ਵੀ ਕਿਹੜਾ ਸਦਾ ਰਹਿਣ ਵਾਲਾ ਹੈ, ਇਹ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿੱਚ ਹੀ ਸਰੀਰ ਨੇ ਵੀ ਮਿਲ ਜਾਣਾ, ਜਾਂ ਫਿਰ ਕੀੜਿਆਂ ਨੇ ਇਸ ਦੇਹੀ ਨੂੰ ਖਾ ਜਾਣਾ, ਆਖਰਕਾਰ ਉਹਨਾਂ ਵੀ ਤਾਂ ਮਿੱਟੀ ਹੀ ਬਣਨਾ। ਇਸ ਲਈ ਇਹ ਜੀਵ ਤੂੰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਿਆ ਕਰ। ਆਓ ਸਤ ਸੰਗਤ ਜੀ, ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪਾਵਤ ਰਲੀਆ ਜੋ ਬਨ ਬਲੀਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹਨ
हे ਰਾਜਨ ਪਾਵਤ ਰਲੀਆ ਜੋਬਨ ਬਲੀਆ। ਜੋਬਨ ਦੇ ਬਲੀਆ ਬਲ ਕਰਕੇ, ਜੋਬਨ ਦੇ ਜਵਾਨੀ ਦੇ ਨਸ਼ੇ ਦੇ ਬਲ ਕਰਕੇ, ਹੰਕਾਰ ਕਰਕੇ ਤੂੰ ਬੜਾ ਰਲੀਆ ਖੁਸ਼ ਹੁੰਦਾ ਆ ਰਿਹਾ ਹੈ। ਪਾਵਤ ਰਲੀਆ ਭਾਵ ਕਿ ਰੰਗ ਰਲੀਆਂ ਮਾਣਦਾ ਆ ਰਿਹਾ ਹੈ। ਆਪਣੇ ਜਵਾਨੀ ਦੇ ਨਸ਼ੇ ਵਿੱਚ, ਹੰਕਾਰ ਦੇ ਨਸ਼ੇ ਵਿੱਚ ਤੂੰ ਆ ਰਿਹਾ ਹੈ। ਨਾਮ ਬਿਨਾ ਮਾਟੀ ਸੰਗ ਰਲੀਆ। ਪਰ ਇਹ ਨਿਸ਼ਚੈ ਕਰਕੇ ਜਾਣ, ਜਿਸ ਮਿੱਟੀ ਦੇ ਬਣੇ ਹੋਏ ਸਰੀਰ ਦਾ ਜਵਾਨੀ ਦਾ ਹੰਕਾਰ ਕਰਦਾ ਆ ਰਿਹਾ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਸ ਮਿੱਟੀ ਦੇ ਵਿੱਚ ਹੀ ਇਹ ਸਰੀਰ ਨੇ ਮਿਲ ਜਾਣਾ ਹੈ। ਇਹ ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਤੇ ਮਹਾਰਾਜ, ਹਰ ਇੱਕ ਜੀਵ ਦੀ ਦੇਹ ਮਿੱਟੀ ਵਿੱਚ ਮਿਲ ਜਾਂਦੀ ਹੈ, ਪਰ ਮਹਾਰਾਜ ਕਹਿੰਦੇ ਇਹ ਸਰੀਰ ਦਾ ਧਰਮ ਹੈ, ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿੱਚ ਮਿਲ ਜਾਣਾ। ਪਰ ਮਨੁੱਖ ਦੇ ਕੀਤੇ ਹੋਏ ਜਿਹੜੇ ਕਰਮ ਹਨ, ਜੀਵਨ ਦੇ ਵਿੱਚ ਕੀਤੇ ਹੋਏ ਕਮਾਏ ਜਿਹੜੇ ਸੰਸਕਾਰ ਹੈ, ਉਹ ਸੰਸਾਰ ਦੇ ਅੰਦਰ ਚੇਤੇ ਰਹਿ ਜਾਂਦੇ ਨੇ। ਬੰਦੇ ਦੇ ਕੀਤੇ ਹੋਏ ਕਰਮ ਹੀ ਸੰਸਾਰ ਚੇਤੇ ਰੱਖਦਾ ਹੈ ਨਾ। ਜਿੱਦਾਂ ਦਾ ਵਰਤਾਰਾ ਲੈ ਕੇ ਸੰਸਾਰ ਦੇ ਅੰਦਰ ਵਰਤਦਾ ਹੁੰਦਾ, ਜਿਹੋ ਜਿਹੇ ਢੰਗ ਦੇ ਨਾਲ ਮਨੁੱਖ ਜੀਵਨ ਨਿਰਵਾਹ ਕਰਦਾ, ਸੰਸਾਰ ਉਸੇ ਤਰ੍ਹਾਂ ਹੀ ਉਹਨੂੰ ਚੇਤੇ ਕਰਦਾ। ਹਰ ਇੱਕ ਦੇ ਨਾਲ ਭਲਾ ਤੇ ਪਰਉਪਕਾਰ ਵਾਲਾ ਸੁਭਾਅ ਬਣਾ ਕੇ ਜੀਵਨ ਨਿਰਵਾਹ ਕਰਦਾ ਹੈ। ਹਰ ਇੱਕ ਦੇ ਨਾਲ ਪਿਆਰ ਭਰੇ ਬਚਨ ਕਰਦਾ ਹੈ। ਹਰ ਇੱਕ ਨੂੰ ਆਦਰ ਮਾਣ ਸਤਿਕਾਰ ਦਿੰਦਾ ਤੇ ਆਪ ਪ੍ਰਾਪਤ ਕਰਦਾ ਹੈ। ਸਾਧ ਸੰਗਤ ਜੀ, ਜੱਗ ਦੇ ਅੰਦਰ ਐਸੇ ਗੁਰਮੁਖਾਂ ਵਡਭਾਗੇ ਪੁਰਖਾਂ ਪਰਉਪਕਾਰੀਆਂ ਦੀ ਸੋਭਾ ਹੁੰਦੀ ਰਹਿੰਦੀ ਹੈ। ਪਰ ਜਿਹੜਾ ਹਰ ਸਮੇਂ ਮਾੜਾ ਸੋਚਦਾ, ਮਾੜੇ ਸ਼ਬਦ ਬੋਲਦਾ, ਕਿਸੇ ਦਾ ਭਲਾ ਕੀ ਕਰਨਾ, ਕਿਸੇ ਦਾ ਉਪਕਾਰ ਕੀ ਕਰਨਾ, ਹਰ ਸਮੇਂ ਮਾੜੇ ਕਰਮ ਕਰਦਾ ਰਹਿੰਦਾ, ਹਰ ਸਮੇਂ ਮਾੜਾ ਹੀ ਚਿਤਵਦਾ ਰਹਿੰਦਾ, ਫਿਰ ਸੰਸਾਰ ਦੇ ਅੰਦਰ ਉਹਨਾਂ ਦਾ ਸਾਧ ਸੰਗਤ ਜੀ ਜਸ ਨਹੀਂ ਹੁੰਦਾ, ਉਹਨਾਂ ਦੀ ਨਿੰਦਿਆ ਹੁੰਦੀ ਹੈ। ਜਗਤ ਦੇ ਲੋਕ ਉਹਨਾਂ ਦਾ ਆਪ ਜਸ ਕਰਦੇ ਹਨ। ਜਿਹੋ ਜਿਹੇ ਢੰਗ ਦੇ ਨਾਲ ਮਨੁੱਖ ਨੇ ਜੀਵਨ ਨਿਰਵਾਹ ਕੀਤਾ ਹੈ। ਇਸ ਲਈ ਮਹਾਰਾਜ ਹਜੂਰ ਆਖ ਰਹੇ ਹਨ, ਹੇ ਪ੍ਰਾਣਾ ਧਾਰੀ ਜੀਵ, ਨਾਮ ਬਿਨਾ ਮਾਟੀ ਸੰਗ ਰਲੀਆ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਮਿੱਟੀ ਵਿੱਚ ਮਿਲ ਜਾਣ ਵਾਲਾ, ਖੇ ਰੂਪ ਹੀ ਹੋ ਜਾਣ ਵਾਲਾ ਜੇ ਸਰੀਰ ਦਾ ਤੂੰ ਮਾਣ ਕਰ ਰਿਹਾ ਹੈ, ਜਿਸ ਦਾ ਹੰਕਾਰ ਕਰਦਾ ਪਿਆ ਹੈ। ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਇਹ ਬੜੇ ਬੜੇ ਹੰਕਾਰੀ, ਬੜੇ ਬੜੇ ਪਹਿਲਵਾਨ, ਬਾਹੂ ਬਲਾਂ ਵਾਲੇ ਵੀ ਸੰਸਾਰ ਦੇ ਅੰਦਰ ਉਹ ਮਿੱਟੀ ਵਿੱਚ ਹੀ ਰਲ ਗਏ ਆ। ਉਹ ਸੰਸਾਰ ਦੇ ਅੰਦਰ ਖੇ ਰੂਪ ਹੀ ਹੋ ਗਏ ਹਨ। ਕੌਣ ਉਹਨਾਂ ਨੂੰ ਯਾਦ ਕਰਦਾ ਹੈ? ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਜਿਨ੍ਹਾਂ ਨੇ ਜੀਵਨ ਦੇ ਅੰਦਰ ਪਰਉਪਕਾਰ ਕੀਤੇ ਹਨ, ਜਿਨ੍ਹਾਂ ਨੇ ਚੰਗੇ ਸੰਸਕਾਰ ਜੀਵਨ ਦੇ ਵਿੱਚ ਧਾਰਨ ਕਰਕੇ ਪਰਮੇਸ਼ਰ ਦੀ ਬੰਦਗੀ ਵਿੱਚ ਰਹਿ ਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ। ਉਹਨਾਂ ਨੂੰ ਸੰਸਾਰ ਦੇ ਲੋਕ ਯਾਦ ਕਰਦੇ, ਉਹਨਾਂ ਦਾ ਜਸ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਦੇ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਨ ਕਿ ਜਦੋਂ ਤੱਕ ਜੀਵ ਜਵਾਨੀ ਦਾ ਹੰਕਾਰ ਕਰਦਾ ਰਹਿੰਦਾ ਹੈ ਨਾ, ਉਦੋਂ ਤੱਕ ਕੀੜੇ ਮਕੌੜੇ, ਕਦੇ ਗੰਦਗੀ ਦਾ ਵਿਸ਼ਟਾ ਦਾ ਕੀੜਾ ਜਾ ਕਰਕੇ ਬਣਦਾ, ਕਦੇ ਕਿਸੇ ਜੂਨ ਦੇ ਵਿੱਚ ਜਾ ਕੇ ਪ੍ਰਾਪਤ ਹੋ ਜਾਂਦਾ। ਜਦੋਂ ਤੱਕ ਹੰਕਾਰ ਕਰਦਾ, ਇਹ ਜੀਵ ਦੀ ਇੱਦਾਂ ਦੀ ਦੁਰਦਸ਼ਾ ਬਣਦੀ ਹੈ। ਪਤਾ ਨਹੀਂ ਕਿਹੜੇ ਕੀੜਿਆਂ ਮਕੌੜਿਆਂ, ਸੱਪਾਂ ਆਦਿਕ ਟੇਢੀਆਂ ਜੂਨਾਂ ਦੇ ਵਿੱਚ ਜੀਵ ਨੂੰ ਭਟਕਣਾ ਪੈਂਦਾ ਹੈ ਜਦੋਂ ਤੱਕ ਹੰਕਾਰ ਕਰਦਾ। ਤੇ ਹਜੂਰ ਦੇ ਇਸ ਗਰਭ ਦੇ ਪਰਥਾਏ ਹੋਰ ਵੀ ਬੇਅੰਤ ਬਚਨ ਹਨ ਗੁਰਬਾਣੀ ਅੰਦਰ। ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਜਾਤ ਕਾ ਗਰਭ ਨਾ ਕਰ ਮੂੜੇ ਅਹੰਕਾਰਾ, ਕਿ ਹੇ ਹੰਕਾਰੀ ਬੇਸਮਝ ਮੂਰਖ ਜੀਵ, ਤੂੰ ਐਵੇਂ ਜਾਤੀ ਦਾ ਹੰਕਾਰ ਕਰੀ ਜਾਂਦਾ, ਗਰਭ ਕਰੀ ਜਾਂਦਾ। ਇਸ ਗਰਭ ਤੇ ਚੱਲ ਰਹੇ ਬਹੁਤ ਵਿਕਾਰਾ। ਹੰਕਾਰ ਦੇ ਕਰਕੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਵਿਕਾਰ ਤੇਰੇ ਅੰਦਰ ਚੱਲਦੇ ਜਾ ਰਹੇ ਹੈ, ਲਗਾਤਾਰ ਚੱਲ ਰਹੇ ਹਨ। ਇਹਨਾਂ ਦੀ ਪ੍ਰਬਲਤਾ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਹੰਕਾਰ ਕਰਦਾ, ਤਿਵੇਂ ਤਿਵੇਂ ਤੇਰੇ ਅੰਦਰ ਔਗਣ ਵੱਧਦੇ ਜਾਂਦੇ ਹਨ।
ਜੇ ਹੰਕਾਰ ਛੱਡ ਕੇ ਨਿਮਰਤਾਵਾਨ ਹੋ ਜਾਵੇ, ਫਿਰ ਤੇਰੇ ਅੰਦਰ ਦੇ ਜਿਹੜੇ ਔਗਣ ਹਨ ਉਹ ਸਹਿਜੇ ਸਹਿਜੇ ਘਟਣੇ ਸ਼ੁਰੂ ਹੋ ਜਾਣਗੇ। ਪਰ ਮਹਾਰਾਜ ਕਹਿੰਦੇ ਬੇਸਮਝ ਹੰਕਾਰੀ ਜੀਵ ਹੰਕਾਰ ਦੇ ਨਸ਼ੇ ਵਿੱਚ ਇਹ ਚੇਤੇ ਨਹੀਂ ਕਰਦਾ ਕਿ ਸਰੀਰ ਮੇਰਾ ਸਦਾ ਰਹਿਣ ਵਾਲਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਪਦੇਸ਼ ਦੇ ਰਹੇ ਹੈ, ਨਾਮ ਬਿਨਾ ਮਾਟੀ ਸੰਗ ਰਲੀਆ। ਹੇ ਜੀਵ, ਨਿਸ਼ਚੈ ਕਰਕੇ ਜਾਣ ਕਿ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਮਿੱਟੀ ਵਿੱਚ ਹੀ ਮਿਲ ਜਾਵੇਗਾ, ਖੇ ਰੂਪ ਹੋ ਜਾਵੇਗਾ, ਕਿਸੇ ਵੀ ਤੈਨੂੰ ਯਾਦ ਨਹੀਂ ਕਰਨਾ। ਕਾਨ ਕੁੰਡਲੀਆ ਵਸਤਰ ਓਡਲੀਆ। ਫਿਰ ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਹੈ, ਵੱਡੇ ਵੱਡੇ ਕੁੰਡਲ ਲੈ ਕਰਕੇ। ਕਾਨ ਕੁੰਡਲੀਆ ਬਸਤਰ ਓਢਲੀਆ, ਤਨ ਦੇ ਉੱਪਰ ਚੰਗੇ ਚੰਗੇ ਬਸਤਰ ਧਾਰਨ ਕੀਤੇ ਹੈ, ਮਹਿੰਗੇ ਮੁੱਲ ਵਾਲੀਆਂ ਪੈਸ਼ਾਕਾਂ ਵੀ ਧਾਰਨ ਕੀਤੀਆਂ ਹਨ। ਸੇਜ ਸੁਖਲੀਆ ਮਨ ਗਰਬਲੀਆ। ਫਿਰ ਜਿਹੜੀ ਸੇਜ ਹੈ ਨਾ ਉਹ ਵੀ ਸੁਖਾਂ ਵਾਲੀ ਹੈ, ਬੜੀ ਸੁਖਾਂ ਦੀ ਸਿਹਤ ਹੋ ਕਰਕੇ ਸੇਜਾਂ ਤੇ ਵਿਸ਼ਰਾਮ ਕਰਦਾ ਹੈ, ਪਰ ਮਨ ਦੇ ਵਿੱਚ ਕੀ ਹੈ? ਗਰਬਲੀਆ ਹੰਕਾਰ ਹੈ। ਹਿਰਦੇ ਅੰਦਰ ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ, ਮਨ ਕਰਕੇ ਤੇ ਹਰ ਸਮੇਂ ਹੰਕਾਰੀ ਹੋ ਕਰਕੇ ਰਹਿੰਦਾ। ਇਹ ਸਭ ਜਿੰਨੇ ਵੀ ਸੰਸਾਰ ਦੇ ਸੁੱਖ ਹਨ, ਇਹ ਸੁੱਖਾਂ ਦਾ ਹੀ ਮਨ ਵਿੱਚ ਹੰਕਾਰ ਕਰਦਾ ਰਹਿੰਦਾ ਕਿ ਮੇਰੇ ਵਰਗਾ ਕੋਈ ਸੁਖੀ ਸੰਸਾਰ ਦੇ ਅੰਦਰ ਬੰਦਾ ਨਹੀਂ ਹੈ। ਮੇਰੇ ਵਰਗੇ ਸੁੱਖ ਕਿਸ ਕੋਲ ਹਨ ਸੰਸਾਰ ਦੇ ਅੰਦਰ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਐਸੀ ਜਿਹੜੀ ਸੇਜਾ ਹੈ ਨਾ, ਸੇਜ ਸੁਖਲੀਆ ਮਨ ਗਰਬਲੀਆ। ਮਨ ਕਰਕੇ ਬੜਾ ਗਰਬ ਕਰਦਾ, ਹੰਕਾਰ ਕਰਦਾ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ, ਤਲੈ ਕੁੰਚਰੀਆ ਸਿਰ ਕਨਕ ਛਤਰੀਆ। ਫਿਰ ਕਹਿੰਦੇ ਹਨ ਕਿ ਤਲੈ ਨਾਮ ਧਰਤੀ ਦਾ ਹੈ, ਤਲੈ ਨਾਮ ਹੇਠਾਂ ਦਾ ਵੀ ਹੈ। ਤਲੈ ਕੁੰਚਰੀਆ ਨਾਮ ਹਾਥੀ ਦਾ। ਸਤਿਗੁਰੂ ਜੀ ਕਹਿਣ ਲੱਗੇ, ਤੇਰੇ ਹੇਠਾਂ ਭਾਵ ਤਲੈ ਧਰਤੀ ਵਾਲੇ ਪਾਸੇ ਹਾਥੀ ਹੈ। ਹਾਥੀ ਦੇ ਉੱਪਰ ਬੈਠ ਕਰਕੇ ਬੜਾ ਤੂੰ ਮਾਣ ਕਰਦਾ ਕਿ ਪਰਬਤਾਂ ਵਰਗੇ ਉੱਚੇ ਉੱਚੇ ਪਹਾੜਾਂ ਵਰਗੇ ਮੇਰੇ ਕੋਲ ਹਾਥੀ ਹੈ। ਸਿਰ ਕਨਕ ਛਤਰੀਆ, ਛਤਰੀਆ ਕਹਿੰਦੇ ਨੇ ਛਤਰ ਨੂੰ, ਕਨਕ ਨਾਮ ਸੋਨੇ ਦਾ ਹੈ, ਤੇ ਤੇਰੇ ਸਿਰ ਦੇ ਉੱਪਰ, ਤੇਰੇ ਸੀਸ ਦੇ ਉੱਪਰ ਸੋਨੇ ਦਾ ਛਤਰ ਝੁੱਲਦਾ ਪਿਆ। ਇਹਦਾ ਵੀ ਬੜਾ ਹੰਕਾਰ ਕਰਦਾ ਹੈ। ਸਾਧ ਸੰਗਤ ਜੀ, ਕਈ ਵਾਰ ਜਦੋਂ ਲੜੀਵਾਰ ਭਾਗ ਸਾਹਿਬ ਤੋਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਰੂਪ ਤੋਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਪਾਠੀ ਸਿੰਘ, ਤੇ ਸਾਧ ਸੰਗਤ ਜੀ ਸੰਥਿਆ ਨਾ ਕੀਤੀ ਹੋਣੇ ਕਰਕੇ ਕਈ ਵਾਰ ਸੁਭਾਵਿਕ ਹੀ ਜਿਹੜਾ ਇਹ ਪਾਠ ਹੈ ਇਹਨਾਂ ਨੂੰ ਗਲਤ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਹ ਪਾਠ ਤਾਂ ਇਹੋ ਹੈ, ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਪਰ ਇਹਦੇ ਬਾਬਤ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਇੱਕ ਸਾਧ ਸੰਗਤ ਜੀ ਘਟਨਾ ਆਈ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ, ਉਹਨਾਂ ਦੇ ਕੋਲ ਜਥੇ ਵਿੱਚ ਸਿੰਘ ਰਹਿੰਦਾ ਸੀ ਭਾਈ ਹੀਰਾ ਸਿੰਘ। ਤੇ ਸਾਧ ਸੰਗਤ ਜੀ ਜਦੋਂ ਗੁਰਬਾਣੀ ਦੀ ਸੰਥਿਆ ਕਰ ਰਹੇ ਸਨ ਤੇ ਅਖੰਡ ਪਾਠ ਸਾਹਿਬ ਵਾਸਤੇ ਬਾਹਰ ਜਾਣਾ, ਤੇ ਜਥੇ ਦਾ ਇਹ ਨਿਯਮ ਸੀ ਕਿ ਮਹਾਂਪੁਰਖਾਂ ਨੇ ਜਿੱਥੇ ਵੀ ਜਥਾ ਲੈ ਕੇ ਜਾਣਾ, ਸਿੰਘਾਂ ਨਾਲ ਨਾਲ ਗੁਰਬਾਣੀ ਦੀ ਸੰਥਿਆ ਪੜ੍ਹਾਇਆ ਕਰਦੇ ਸਨ। ਨਾਲ ਨਾਲ ਕਥਾ ਦੀ ਸੰਥਿਆ ਕਰਾਉਣੀ, ਗੁਰਬਾਣੀ ਦੀ ਸ਼ੁੱਧ ਸੰਥਿਆ ਕਰਾਉਣੀ। ਤੇ ਉਹ ਭਾਈ ਹੀਰਾ ਸਿੰਘ ਸਾਧ ਸੰਗਤ ਜੀ ਪਾਠ ਕਰ ਰਿਹਾ ਸੀ, ਤਲੈ ਕੁੰਚਰੀਆ ਸਿਰ ਕੰਨ ਕੱਛ ਤਰੀਆ। ਕੱਛ ਕਹਿ ਦਿੱਤਾ ਉਸਨੇ, ਕੱਛ ਤਰੀਆ। ਕਨਕ ਪਾਠ ਹੈ ਤੇ ਕੰਨ ਕੱਛ ਤਰੀਆ। ਤੇ ਮਹਾਂਪੁਰਸ਼ਾਂ ਨੇ ਸੁਭਾਵਕ ਹੀ ਹੱਸਦੇ ਹੋਏ ਕਹਿਣ ਲੱਗੇ, ਕਹਿੰਦੇ ਸਿੰਘੋ ਕੱਛ ਲੱਭਦੀ ਨਹੀਂ, ਇਹਨੇ ਦੇਖੋ ਗੁਰਬਾਣੀ ਦੀ ਪੰਕਤੀ ਵਿੱਚੋਂ ਪ੍ਰਗਟ ਕਰ ਦਿੱਤੀ। ਮਖੌਲ ਦੇ ਨਾਲ ਸਿੰਘ ਨੂੰ ਹੱਸ ਰਹੇ ਸਨ, ਕਿਉਂਕਿ ਲੜੀਵਾਰ ਜਿਹੜੇ ਅੱਖਰ ਹੁੰਦੇ ਆ ਨਾ, ਸਾਰੇ ਜੁੜੇ ਹੁੰਦੇ ਸਾਰੀ ਪੰਕਤੀ ਦੇ ਅੱਖਰ। ਉਹ ਜੇ ਮਿਹਨਤ ਕੀਤੀ ਹੋਵੇ, ਗੁਰਬਾਣੀ ਦੀ ਸੰਥਿਆ ਲਈ ਹੋਵੇ ਤਾਂ ਸਮਝ ਪੈਂਦੀ ਹੈ। ਪਦ ਸ਼ੇਰ ਤਾਂ ਹਰ ਕੋਈ ਪੜ੍ਹਨ ਦਾ ਯਤਨ ਕਰਦਾ, ਪੜ੍ਹੀ ਤਾਂ ਇਹ ਵੀ ਸ਼ੁੱਧ ਨਹੀਂ ਜਾ ਸਕਦੀ ਗੁਰਬਾਣੀ ਸੰਥਿਆ ਕੀਤੇ ਤੋਂ ਬਿਨਾਂ, ਪਰ ਫਿਰ ਵੀ ਅਸੀਂ ਪੜ੍ਹਨ ਲੱਗ ਪੈਂਦੇ ਹਾਂ। ਤੇ ਜੋ ਲੜੀਵਾਰ ਗੁਰਬਾਣੀ ਸਾਧ ਸੰਗਤ ਜੀ, ਗੁਟਕਾ ਸਾਹਿਬ ਹੈ, ਪੋਥੀ ਸਾਹਿਬ ਹੈ, ਭਾਗ ਸਾਹਿਬ ਹੈ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਵਰੂਪ ਹੈ, ਇਹ ਲੜੀਵਾਰ ਜੋ ਭਾਗ ਸਾਹਿਬ ਤੋਂ ਜਿਹੜਾ ਅਸੀਂ ਪਾਠ ਕਰਦੇ ਹਾਂ ਨਾ,
ਇਹਦੇ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਗੁਰਬਾਣੀ ਦੀ ਸੰਥਿਆ ਲੈਣੀ ਪੈਂਦੀ ਹੈ, ਸਿੱਖਣਾ ਪੈਂਦਾ ਹੈ। ਰਹੋ ਵਿਚਾਰ ਹਜੂਰ ਬਖਸ਼ਿਸ਼ ਕਰ ਰਹੇ ਹਨ, ਤਲੈ ਕੁੰਚਰੀਆ ਸਿਰ ਕਨਕ ਛਤਰੀਆ। ਮਹਾਰਾਜ ਕਹਿੰਦੇ ਹਨ ਕਹੇ ਰਾਜਾ, ਦੇਖ ਤੇਰੇ ਹੇਠਾਂ ਉੱਚਾ ਉੱਚਾ ਪਰਬਤ ਵਰਗਾ ਜਿਹੜਾ ਪਹਾੜ ਵਰਗਾ ਹਾਥੀ ਹੈ, ਫਿਰ ਤੇਰੇ ਸੀਸ ਦੇ ਉੱਪਰ ਸੋਨੇ ਦਾ ਕਨਕ, ਸੋਨੇ ਦਾ ਛਤਰ ਝੁੱਲ ਰਿਹਾ ਹੈ। ਹਰ ਭਗਤ ਬਿਨਾ ਲੈ ਧਰਨ ਗਡਲੀਆ। ਤੇ ਫਿਰ ਦੇਖ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਧਰਨ ਧਰਤੀ ਦੇ ਵਿੱਚ ਹੀ ਤੂੰ ਗੱਡਿਆ ਜਾਵੇਂਗਾ। ਜਿਸ ਧਰਤੀ ਤੇ ਤੂੰ ਇਸ ਸੰਸਾਰ ਦੀ ਕਰਮ ਕਿਰਿਆ ਕਰ ਰਿਹਾ ਹੈ, ਹੰਕਾਰ ਦੇ ਨਸ਼ੇ ਵਿੱਚ ਫਿਰ ਰਿਹਾ ਹੈ, ਇਸੇ ਧਰਤੀ ਵਿੱਚ ਹੀ ਤੂੰ ਗੱਡਿਆ ਜਾਵੇਂਗਾ। ਇੱਥੋਂ ਮੁਕਤ ਨਹੀਂ ਹੋ ਸਕੇਗਾ। ਪਤਾ ਨਹੀਂ ਕਿਹੜੀਆਂ ਕਿਹੜੀਆਂ ਟੇਢੀਆਂ ਜੂਨਾਂ ਦੇ ਵਿੱਚ ਫਿਰ ਤੈਨੂੰ ਜਨਮ ਧਾਰਨ ਕਰਨਾ ਪਵੇਗਾ। ਧਰਨ ਗਡਲੀਆ, ਫਿਰ ਇਸੇ ਧਰਤੀ ਦੇ ਵਿੱਚ ਹੀ ਤੈਨੂੰ ਦੁਬਾਰਾ ਬਾਰ-ਬਾਰ ਜਨਮ ਧਾਰਨ ਕਰਨਾ ਪਵੇਗਾ। ਕਿਉਂਕਿ ਮਹਾਰਾਜ ਜੀ ਦਾ ਪਾਵਨ ਬਚਨ ਹੈ ਨਾ ਗੁਰਬਾਣੀ ਅੰਦਰ, ਜੋ ਮਨੁੱਖ ਜਿੱਦਾਂ ਦੀ ਮਨ ਵਿੱਚ ਵਾਸ਼ਨਾ ਧਾਰਨ ਕਰ ਲੈਂਦਾ, ਅੰਤ ਸਮੇਂ ਉਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਹਨ। ਭਗਤ ਤਰਲੋਚਨ ਜੀ ਦਾ ਵੀ ਪਾਵਨ ਸ਼ਬਦ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਔਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਕਿ ਜਿੱਦਾਂ ਦੀ ਮਨ ਦੇ ਅੰਦਰ ਵਾਸ਼ਨਾ ਧਾਰਨ ਕਰ ਲੈਂਦਾ ਹੈ, ਧਨ ਦੇ ਵੱਲ, ਪੈਸਿਆਂ ਵੱਲ ਅੰਤ ਸਮੇਂ ਖਿਆਲ ਚਲਾ ਜਾਵੇ, ਤੇ ਫਿਰ ਸੱਪਾਂ ਦੀਆਂ ਜੂਨਾਂ ਵੱਲ ਵੱਲ ਤਰ੍ਹਾਂ ਬਾਰ-ਬਾਰ ਧਾਰਨ ਕਰਦਾ ਹੈ। ਮੰਦਰ ਮਹਿਲਾਂ ਵੱਲ ਧਿਆਨ ਚਲਾ ਜਾਵੇ ਕਿ ਮੇਰੇ ਮਹਿਲ ਮਾੜੀਆਂ ਕੌਣ ਸਾਂਭੇਗਾ, ਉਹ ਫਿਰ ਪ੍ਰੇਤ ਜੂਨ ਵੱਲ ਵੱਲ ਅਵਤਾਰਾ, ਪ੍ਰੇਤਾਂ ਦੀਆਂ ਜੂਨਾਂ ਵਿੱਚ ਪੈ ਜਾਂਦਾ ਹੈ। ਫਿਰ ਜੇ ਧੀਆਂ ਪੁੱਤਰਾਂ ਦੇ ਵੱਲ ਧਿਆਨ ਚਲਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਉਹਨੂੰ ਫਿਰ ਸੂਰ ਦੀ ਜੂਨ ਵਿੱਚ ਪੈਣਾ ਪੈਂਦਾ ਹੈ। ਇਹ ਸਾਧ ਸੰਗਤ ਜੀ ਗੁਰਬਾਣੀ ਦੇ ਬਚਨ ਹਨ। ਪਰ ਜੇ ਅੰਤ ਸਮੇਂ ਹੋਈ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਆ ਜਾਵੇ, ਫਿਰ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਪਰ ਯਾਦ ਤਾਂ ਹੀ ਆਵੇ ਨਾ ਜੇ ਪਹਿਲਾਂ ਕਿਤੇ ਰੱਬ ਨੂੰ ਚੇਤਾ ਕੀਤਾ ਹੋਵੇ, ਜੇ ਪਹਿਲਾਂ ਕਿਤੇ ਪ੍ਰਮਾਤਮਾ ਨੂੰ ਯਾਦ ਕੀਤਾ ਹੋਵੇ ਤਾਂ ਹੀ ਅੰਤ ਸਮੇਂ ਯਾਦ ਆਉਂਦਾ। ਜੇ ਜੀਵਨ ਭਰ ਸੰਸਾਰ ਦੇ ਅੰਦਰ ਬੁਰਾ ਚਿਤਵਦਾ ਹੈ, ਬੁਰੇ ਕਰਮ ਕਰਦਾ ਰਹਿੰਦਾ ਹੈ, ਫਿਰ ਹਰ ਸਮੇਂ ਸੰਸਾਰ ਦੇ ਅੰਦਰ ਬੁਰਾ ਵਿਵਹਾਰ ਕਰਦਾ ਰਹਿੰਦਾ ਹੈ, ਤੇ ਪ੍ਰਮਾਤਮਾ ਫਿਰ ਕਿਵੇਂ ਚੇਤੇ ਆਉਂਦਾ ਹੈ। ਔਰ ਇਸ ਲਈ ਹਜੂਰ ਦੇ ਗੁਰਬਾਣੀ ਵਿੱਚ ਹੋਰ ਵੀ ਬਚਨ ਹਨ, ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਜਿੱਦਾਂ ਦੀ ਮਨ ਵਿੱਚ ਵਾਸ਼ਨਾ ਲੱਗ ਜਾਵੇ, ਉਸੇ ਤਰ੍ਹਾਂ ਅੰਤ ਸਮੇਂ ਫਿਰ ਜੂਨ ਦੇ ਵਿੱਚ ਪ੍ਰਗਟ ਹੁੰਦਾ, ਜਨਮ ਧਾਰਨ ਕਰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਆਖ ਰਹੇ ਹਨ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਹੇ ਜੀਵ, ਵਾਹਿਗੁਰੂ ਜੀ ਦੀ ਭਗਤੀ ਕੀਤੇ ਬਿਨਾ ਫਿਰ ਧਰਨ ਧਰਤੀ ਦੇ ਵਿੱਚ ਹੀ ਤੂੰ ਗੱਡਿਆ ਜਾਵੇਂਗਾ। ਫਿਰ ਇਸੇ ਧਰਤੀ ਵਿੱਚ ਹੀ ਤੈਨੂੰ ਜਨਮ ਧਾਰਨ ਕਰਨਾ ਪਵੇਗਾ। ਰੂਪ ਸੁੰਦਰੀਆ ਅਨੇਕ ਇਸਤਰੀਆ। ਹੇ ਪ੍ਰਾਣਾ ਤਾਰੇ ਜੀਵ, ਤੇਰਾ ਭਾਵੇਂ ਬੜਾ ਸੁੰਦਰ ਸਰੂਪ ਬਣ ਜਾਵੇ, ਅਨੇਕ ਇਸਤਰੀਆ, ਜਾਂ ਫਿਰ ਸੁੰਦਰ ਸਰੂਪ ਵਾਲੀਆਂ ਬਹੁਤੀਆਂ ਇਸਤਰੀਆਂ ਬਹੁਤ ਸੰਸਾਰ ਦੇ ਅੰਦਰ ਭਾਵੇਂ ਇਸਤਰੀਆਂ ਨੂੰ ਵੀ ਧਾਰਨ ਕਰ ਲਵੇ। ਹਰ ਰਸ ਬਿਨ ਸਭ ਸਵਾਦ ਫਿਕਰੀਆ। ਪਰ ਵਾਹਿਗੁਰੂ ਦੇ ਨਾਮ ਰਸ ਤੋਂ ਬਿਨਾ ਇਹ ਜਿੰਨੇ ਵੀ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਰਸ ਹਨ, ਸਾਰੇ ਫਿੱਕੇ ਹੈ। ਇਹਨਾਂ ਵਿੱਚ ਕੋਈ ਮਿਠਾਸ ਨਹੀਂ ਹੈ ਪ੍ਰਮਾਤਮਾ ਦੇ ਨਾਮ ਰਸ ਤੋਂ ਬਿਨਾ। ਜਿੰਨੇ ਮਰਜ਼ੀ ਭਾਵੇਂ ਜ਼ੁਬਾਨ ਦੇ ਰਸ ਚੱਖ ਕਰਕੇ ਦੇਖ ਲੈ, ਭਾਵੇਂ ਵਿਸ਼ੇ ਸੁੱਖਾਂ ਦੇ ਰਸ ਚੱਖ ਕਰਕੇ ਦੇਖ ਲੈ, ਵਿਸ਼ੇ ਸੁੱਖਾਂ ਦੇ ਰਸਾਂ ਨੂੰ ਮਾਣ ਕੇ ਦੇਖ ਲੈ, ਫਿਕਰੀਆ, ਸਾਰੇ ਫਿੱਕੇ ਹੀ ਹੈ। ਕਿਸੇ ਵਿੱਚ ਮਿਠਾਸ ਨਹੀਂ ਹੈ ਵਾਹਿਗੁਰੂ ਦੇ ਨਾਮ ਰਸ ਵਰਗੀ। ਪਰਮੇਸ਼ਰ ਦੇ ਪਰਮ ਰਸ ਤੋਂ ਬਿਨਾ ਤੈਨੂੰ ਪਰਮ ਔਰ ਸਭ ਤੋਂ ਜਿਹੜੀ ਵੱਡੀ ਹੈ ਦਾਤ ਪਰਮੇਸ਼ਰ ਦੇ ਨਾਮ ਰਸ ਦੀ, ਉਹ ਕਦੇ ਪ੍ਰਾਪਤ ਹੋਣ ਵਾਲੀ ਹੀ ਨਹੀਂ ਹੈ। ਜਿੰਨਾ ਚਿਰ ਸੰਸਾਰ ਦੇ ਰਸਾਂ ਵਿੱਚ ਹਰ ਸਮੇਂ ਪਰਚਿਆ ਰਹਿੰਦਾ ਹੈ। ਮਾਇਆ ਛਲਿਆ ਵਿਕਾਰ ਵਿਖਲਿਆ। ਸਤਿਗੁਰੂ ਜੀ ਕਹਿੰਦੇ ਹਨ, ਹੇ ਬੇਗਿਆਤ, ਹੇ ਝੱਲੇ ਜੀਵ, ਤੈਨੂੰ ਮਾਇਆ ਨੇ ਛਲ ਲਿਆ ਹੈ। ਇਸ ਕਰਕੇ ਵਿਖਲਿਆ, ਸੰਸਾਰ ਦੇ ਅੰਦਰ ਵਿਕਾਰਾਂ ਨੂੰ, ਹਰ ਸਮੇਂ ਵਿਸ਼ਿਆਂ ਨੂੰ ਭੋਗਣ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਵੇਖ ਅਲੀਆ, ਵੇਖ ਜ਼ਹਿਰ ਦੀ ਤਰ੍ਹਾਂ ਜਿਹੜੇ ਸੰਸਾਰ ਦੇ ਕਦੇ ਵੇਸਵਾ ਦੇ ਦਰ ਤੇ ਜਾ ਕਰਕੇ ਅਲੀਆ ਨਾਮ ਕਰਦਾ,
ਘਰ ਤੇ ਜਾ ਕਰਕੇ ਕਦੇ ਵਿਕਾਰਾਂ ਨੂੰ ਭੋਗਦਾ ਰਹਿੰਦਾ। ਬਿਖਲੀਆ, ਬਿਖ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਜਿਹੜੇ ਕਰਮ ਹਨ, ਮਾਇਆ ਛਲੀਆ, ਬੇਕਾਰ ਬਿਖਲੀਆ। ਮਹਾਰਾਜ ਕਹਿੰਦੇ ਉਹਨਾਂ ਨੂੰ ਹਰ ਸਮੇਂ ਅਲੀਆ ਛਕਣ ਦੇ ਵਿੱਚ, ਕਰਮਾਂ ਨੂੰ ਕਰਨ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਹਰ ਸਮੇਂ ਵਿਕਾਰਾਂ ਨੂੰ ਭੋਗਣ ਦੇ ਵਿੱਚ ਹੀ ਲੱਗਾ ਹੈ। ਸਰਣ ਨਾਨਕ ਪ੍ਰਭ ਪੁਰਖ ਦਇਆਲੀਆ। ਹੇ ਰਾਜਨ, ਅਕਾਲ ਪੁਰਖ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ, ਕਿਉਂਕਿ ਪ੍ਰਮਾਤਮਾ ਬੜਾ ਵੱਡਾ ਦਇਆਲੂ ਹੈ। ਜੇ ਪਹਿਲਾਂ ਸਮਝ ਨਹੀਂ ਸੀ ਤੈਨੂੰ, ਜੀਵਨ ਦੇ ਵਿੱਚ ਮੰਦੇ ਕਰਮ ਕਰਦਾ ਰਿਹਾ, ਬੁਰੇ ਕਰਮ ਕਰਦਾ ਰਿਹਾ, ਬੁਰਾ ਚਿਤਵਦਾ ਰਿਹਾ, ਬੁਰਾ ਦੇਖਦਾ ਰਿਹਾ, ਬੁਰਾ ਸੋਚਦਾ ਰਿਹਾ, ਮਹਾਰਾਜ ਕਹਿੰਦੇ ਹੁਣ ਹੀ ਪ੍ਰਮਾਤਮਾ ਦੀ ਸ਼ਰਨ ਧਾਰਨ ਕਰ ਲੈ। ਪ੍ਰਮਾਤਮਾ ਬਹੁਤ ਵੱਡਾ ਦਇਆਲੂ ਹੈ, ਬਹੁਤ ਵੱਡਾ ਬਖਸ਼ਣਹਾਰ, ਬਖਸ਼ੰਦ ਹੈ। ਜੇ ਤੂੰ ਵੱਡੇ ਤੋਂ ਵੱਡਾ ਗੁਨਹਗਾਰ ਹੈ ਨਾ, ਭੁੱਲਣਹਾਰ, ਭੁਲੱਕੜ ਹੈ, ਪਾਪ ਕਰਮ ਕਰਦਾ ਵੱਡਾ ਤੂੰ ਪਾਪੀ ਹੈ, ਤੇ ਪ੍ਰਮਾਤਮਾ ਵੀ ਵੱਡਿਆਂ ਤੋਂ ਵੱਡਾ ਬਖਸ਼ਣਹਾਰਾ, ਬਖਸ਼ੰਦ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ, ਸਰਣ ਨਾਨਕ ਪ੍ਰਭ ਪੁਰਖ ਦਇਆਲੀਆ। ਕਿਉਂਕਿ ਜੋ ਵੀ ਦਇਆਲੂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪਏ ਆ ਨਾ, ਉਹਨਾਂ ਨੂੰ ਪ੍ਰਮਾਤਮਾ ਨੇ ਬਖਸ਼ ਕਰਕੇ ਆਪਣੇ ਕੰਠ ਦੇ ਨਾਲ ਲਗਾਇਆ ਹੈ। ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ। ਜਿਨ੍ਹਾਂ ਨੂੰ ਵਾਹਿਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਹੈ, ਉਹ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਕੇ ਉਹਨਾਂ ਨੇ ਆਪਣੇ ਗੁਨਾਹ ਬਖਸ਼ਾ ਲਏ ਹਨ। ਹੋਰ ਕੋਈ ਦਰ ਵੀ ਤਾਂ ਨਹੀਂ ਹੈ ਨਾ ਸੰਸਾਰ ਦੇ ਅੰਦਰ ਜਿੱਥੇ ਜਾ ਕੇ ਤੇਰੇ ਗੁਨਾਹ ਬਖਸ਼ੇ ਜਾ ਸਕਦੇ ਹੈ, ਜਿੱਥੇ ਜਾ ਕੇ ਤੇਰੇ ਕੀਤੇ ਹੋਏ ਪਾਪ ਕਰਮ ਮੁਆਫ ਹੋ ਸਕਦੇ ਹੈ। ਕੋਈ ਵੀ ਹੋਰ ਦੁਨੀਆ ਦਾ ਐਸਾ ਦਰ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ, ਦਿਆਲੂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ। ਆਸਾ ਮਹੱਲਾ ਪੰਜਵਾ। ਏਕ ਬਗੀਚਾ ਪੇੜ ਘਨ ਕਰਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੰਸਾਰ ਦੀ ਇੱਕ ਬਗੀਚੇ ਦੇ ਨਾਲ ਮਹਾਰਾਜ ਉਦਾਹਰਣ ਦੇ ਕਰਕੇ ਬਗੀਚੇ ਦਾ, ਬਾਗ ਦਾ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹਨ। ਹਜ਼ੂਰ ਨੇ ਫਰਮਾਨ ਕੀਤਾ, ਏਕ ਬਗੀਚਾ ਪੇੜ ਘਨ ਕਰਿਆ। ਜਿਵੇਂ ਇੱਕ ਬਗੀਚਾ ਹੁੰਦਾ ਨਾ, ਬਾਗ ਬਣਿਆ ਹੁੰਦਾ, ਤੇ ਉਹਦੇ ਵਿੱਚ ਬਹੁਤ ਸਾਰੇ ਪੇੜ ਭਾਵ ਰੁੱਖ ਲਗਾਏ ਜਾਂਦੇ ਹਨ। ਬਹੁਤ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਰੁੱਖ ਹੁੰਦੇ ਹੈ, ਫਲਦਾਰ ਵੀ ਬੂਟੇ ਹੁੰਦੇ ਹੈ, ਫੁੱਲਾਂ ਵਾਲੇ ਵੀ ਸਾਧ ਸੰਗਤ ਜੀ ਰੁੱਖ ਲਗਾਏ ਜਾਂਦੇ ਨੇ। ਪਰ ਬਾਗ ਤਾਂ ਜਿਹੜਾ ਬਣਿਆ ਹੋਇਆ ਬਗੀਚਾ ਉਹ ਤਾਂ ਇੱਕੋ ਹੀ ਹੈ ਨਾ। ਔਰ ਇਸ ਪ੍ਰਕਾਰ ਹਜ਼ੂਰ ਨੇ ਉਚਾਰਨ ਕੀਤਾ, ਏਕ ਬਗੀਚਾ ਪੇੜ ਘਨ ਕਰਿਆ। ਸੰਸਾਰ ਵੀ ਇੱਕ ਬਗੀਚੇ ਦੀ ਤਰ੍ਹਾਂ ਹੈ। ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦੇ ਜੀਵਾਂ ਨੂੰ ਬੂਟੇ ਦੇ ਵਿੱਚ ਪੈਦਾ ਕੀਤੇ ਹਨ। ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਵੱਖੋ ਵੱਖਰੇ ਸੁਭਾਵਾਂ ਦਾ ਹੈ। ਔਰ ਇਸ ਪ੍ਰਕਾਰ ਕੋਈ ਵੱਡੇ ਆਕਾਰ ਦਾ ਬੂਟਾ, ਕੋਈ ਛੋਟੇ ਆਕਾਰ ਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਇਹ ਸੰਸਾਰ ਰੂਪੀ ਬਗੀਚੇ ਵਿੱਚ ਪਰਮਾਤਮਾ ਨੇ ਜੀਵਾਂ ਰੂਪੀ ਰੁੱਖ ਪੈਦਾ ਕੀਤੇ ਹਨ, ਅਨੇਕਾਂ ਪ੍ਰਕਾਰ ਦੇ। ਔਰ ਇੱਥੇ ਹੀ ਬਸ ਨਹੀਂ, ਮਹਾਰਾਜ ਅੰਤਰੀਵ ਭਾਵ ਦੇ ਵਿੱਚ ਹੋਰ ਉਪਦੇਸ਼ ਦਿੰਦੇ ਹੈ। ਸਤਿਗੁਰੂ ਜੀ ਕਹਿੰਦੇ ਹਨ, ਹਿਰਦਾ ਰੂਪੀ ਇੱਕ ਬਗੀਚਾ ਹੈ, ਜੀਵ ਦਾ ਹਿਰਦਾ ਰੂਪ ਬਗੀਚਾ ਹੈ। ਇਸ ਅੰਦਰ ਪਰਮਾਤਮਾ ਨੇ ਸ਼ੁਭ ਗੁਣਾ ਰੂਪੀ ਰੁੱਖ ਪੈਦਾ ਕੀਤੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ ਆਸਾ ਲੱਗੀ ਹੈ, ਤਾਂਘ ਲੱਗੀ ਹੈ। ਉਸ ਹਿਰਦੇ ਨੂੰ ਬਗੀਚੇ ਵਿੱਚ ਪਰਮਾਤਮਾ ਨੇ ਸ਼ੁਭ ਗੁਣਾ ਰੂਪੀ ਬੂਟੇ ਪੈਦਾ ਕੀਤੇ ਹਨ। ਅਥਵਾ ਸਤ ਸੰਗਤ ਵੀ ਸਾਧ ਸੰਗਤ ਜੀ ਇੱਕ ਬਗੀਚੇ ਦੀ ਤਰ੍ਹਾਂ ਹੈ, ਜਿਸ ਵਿੱਚ ਵੈਰਾਗ, ਵਿਵੇਕ, ਖਟ ਸੰਪਤੀ, ਮੋਖ, ਇੱਛਾ ਰੂਪੀ ਰੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਪ੍ਰਮਾਤਮਾ ਨੇ ਇਹ ਫਲਦਾਰ ਰੁੱਖ ਲਗਾਏ ਹੈ ਸਤ ਸੰਗਤ ਰੂਪੀ ਬਗੀਚੇ ਦੇ ਵਿੱਚ। ਤੇ ਜਗਿਆਸੂ ਜਨ ਆ ਕਰਕੇ ਮਹਾਰਾਜ ਜੀ ਦੀ ਸਤ ਸੰਗਤ ਦੇ ਵਿੱਚ ਕੋਈ ਵੈਰਾਗ ਆ ਕੇ ਪ੍ਰਾਪਤ ਕਰ ਲੈਂਦਾ, ਕੋਈ ਵਿਵੇਕ ਦੀ ਪ੍ਰਾਪਤੀ ਕਰ ਲੈਂਦਾ, ਕੋਈ ਖਟ ਸੰਪਤੀ, ਕੋਈ ਮੋਖ ਇੱਛਾ ਭਾਵ ਮੁਕਤੀ ਦੀ ਇੱਛਾ ਲੈ ਕਰਕੇ ਮਹਾਰਾਜ ਦੀ ਸਤ ਸੰਗਤ ਰੂਪੀ ਬਗੀਚੇ ਵਿੱਚ ਆ ਕੇ ਹਾਜ਼ਰ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਏਕ ਬਗੀਚਾ ਪੇੜ ਘਨ ਕਰਿਆ। ਘਨ ਕਹਿੰਦੇ ਨੇ ਘਣੇ ਬਹੁਤ ਜ਼ਿਆਦਾ। ਪਰਮਾਤਮਾ ਨੇ ਇੱਕ ਸੰਸਾਰ ਰੂਪੀ ਬਗੀਚਾ ਬਣਾ ਕੇ
ਇਸ ਵਿੱਚ ਅਨੇਕਾਂ ਹੀ ਘਣੇ ਜੀਵਾਂ ਰੂਪੀ ਰੁੱਖ ਬਣਾ ਦਿੱਤੇ ਹਨ। ਅੰਮ੍ਰਿਤ ਨਾਮ ਤਹਾ ਮਹਿ ਫਲਿਆ। ਫਿਰ ਉਸ ਹਿਰਦੇ ਰੂਪ ਬਗੀਚੇ ਦੇ ਵਿੱਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਫਲੀਭੂਤ ਹੋਇਆ, ਫਲਿਆ ਹੈ, ਫਲ ਦਿੱਤਾ ਹੈ। ਜਿਸ ਹਿਰਦੇ ਅੰਦਰ ਅਕਾਲ ਪੁਰਖ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਜਿਸ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਅੰਮ੍ਰਿਤ ਦੇ ਨਾਲ ਜਿਸ ਨੂੰ ਸਿੰਚ ਦਿੱਤਾ ਹੈ, ਉੱਥੇ ਸ਼ੁਭ ਗੁਣਾ ਰੂਪੀ ਜਿਹੜੇ ਰੁੱਖ ਆ ਨਾ ਬੜੇ ਫਲੀਭੂਤ ਹੋਏ ਹਨ। ਐਸਾ ਕਰਹੁ ਵਿਚਾਰ ਗਿਆਨੀ। ਇਹ ਗਿਆਨਵਾਨ ਜੀਵ ਐਸੀ ਵਿਚਾਰ ਕਰ। ਗਿਆਨੀ ਹੈ ਗਿਆਨਵਾਨ ਪੁਰਸ਼, ਸਮਝਦਾਰ ਪੁਰਸ਼ ਹੈ ਜੀਵ, ਤੂੰ ਐਸੀ ਚੰਗੀ ਵਿਚਾਰ ਆਪਣੇ ਜੀਵਨ ਦੇ ਵਿੱਚ ਕਰਿਆ ਕਰ। ਜਾਤੇ ਪਾਈਐ ਪਦ ਨਿਰਬਾਨੀ। ਜਾਂ ਤੇ ਜਿਸ ਚੰਗੀ ਵਿਚਾਰ ਕਰਕੇ ਪ੍ਰਮਾਤਮਾ ਨਿਰਵਾਣ ਪਦਵੀ ਨੂੰ ਪਾ ਲਈਦਾ ਹੈ, ਬੰਧਨਾਂ ਤੋਂ ਰਹਿਤ ਵਾਹਿਗੁਰੂ ਦੇ ਸਰੂਪ ਰੂਪੀ ਪਦਵੀ ਦੀ ਪ੍ਰਾਪਤੀ ਹੋ ਜਾਵੇ। हे ਗਿਆਨੀ ਗਿਆਨਵਾਨ ਜੀਵਾ, ਐਸੀ ਚੰਗੀ ਵਿਚਾਰ ਆਪਣੇ ਅੰਦਰ ਕਰਿਆ ਕਰ। ਸੰਸਾਰ ਦੀਆਂ ਹੋਰ ਜਿਹੜੀਆਂ ਮਤਾਂ ਮਤਾਂਤਰਾਂ ਦੀਆਂ ਵਿਚਾਰਾਂ ਹਨ, ਤੇਰੇ ਮਨ ਦੀਆਂ ਜਿਹੜੀਆਂ ਮਾੜੀਆਂ ਵਿਚਾਰਾਂ ਹਨ, ਉਹਨਾਂ ਨੂੰ ਅਭਾਵ ਕਰਕੇ ਗੁਰਮਤਿ ਦੀ ਵਿਚਾਰ ਧਾਰਾ ਆਪਣੇ ਅੰਦਰ ਧਾਰਨ ਕਰ। ਜਿਸ ਕਰਕੇ ਜਾਂ ਤੇ ਪਾਈਐ ਪਦ ਨਿਰਬਾਨੀ, ਜਿਸ ਕਰਕੇ ਬੰਧਨਾਂ ਤੋਂ ਰਹਿਤ ਪਰਮਾਤਮਾ ਜੀ ਦੇ ਸਰੂਪ ਰੂਪੀ ਪਦਵੀ ਦੀ ਪ੍ਰਾਪਤੀ ਹੋ ਜਾਵੇ। ਐਸੀ ਚੰਗੀ ਵਿਚਾਰ ਆਪਣੇ ਹਿਰਦੇ ਅੰਦਰ ਕਰਿਆ ਕਰ। ਆਸ ਪਾਸ ਬਿਖਵਾ ਕੇ ਕੁੰਟਾ। ਜਿਵੇਂ ਸਾਧ ਸੰਗਤ ਜੀ ਬਗੀਚਾ ਹੁੰਦਾ ਨਾ, ਉਹਦੇ ਆਸੇ ਪਾਸੇ ਜਿਵੇਂ ਕੋਈ ਕਿਸਾਨ ਖੇਤੀ ਕਰਦੇ, ਜਿਵੇਂ ਜਿਹਨੂੰ ਨਦੀਨ ਕਹਿ ਦਿੱਤਾ ਜਾਂਦਾ, ਵਾਧੂ ਵੀ ਸਾਧ ਸੰਗਤ ਜੀ ਰੁੱਖ ਵਿੱਚ ਆਪਣੇ ਆਪ ਹੀ ਪੈਦਾ ਹੋ ਜਾਂਦੇ ਆ। ਤੇ ਜੇ ਤੇ ਉੱਥੇ ਸਫਾਈ ਕੀਤੀ ਜਾਵੇ ਤੇ ਫਿਰ ਸਾਫ਼ ਰਹਿੰਦੇ ਆ, ਨਹੀਂ ਤੇ ਵਾਧੂ ਨਦੀਨ ਆਦਿਕ ਹੋਰ ਵੀ ਕਿੰਨਾ ਕਿੰਨਾ ਤਿੜਾਂ ਵਾਲਾ ਘਾਹ ਆਦਿਕ, ਉਹ ਫਿਰ ਸਾਧ ਸੰਗਤ ਜੀ ਜਿਹੜੀ ਬੀਜੀ ਹੋਈ ਖੇਤੀ ਹੁੰਦੀ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਫਲੀਭੂਤ ਨਹੀਂ ਹੋਣ ਦਿੰਦਾ, ਉਹ ਆਪਣਾ ਪ੍ਰਭਾਵ ਪਾ ਲੈਂਦਾ ਹੈ। ਤੇ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹੈ, ਆਸ ਪਾਸ ਬਿਖੂਆ ਕੇ ਕੁੰਟਾ। ਕਹਿੰਦੇ ਬਿਖ ਜ਼ਹਿਰ ਦੇ ਜਿਹੜੇ ਕੁੰਟ ਬਣੇ ਹੋਏ ਆ ਨਾ ਆਸੇ ਪਾਸੇ ਇਸ ਸੰਸਾਰ ਰੂਪੀ ਬਾਗ ਅੰਦਰ, ਬੀਜ ਅੰਮ੍ਰਿਤ ਹੈ ਭਾਈ ਰੇ। ਇਹਦੇ ਵਿੱਚ ਭਾਈ ਰੇ ਹੈ ਭਰਾਤਾ ਜਨੋ, ਅੰਮ੍ਰਿਤ ਜਿਹੜਾ ਹੈ ਨਾ, ਅੰਮ੍ਰਿਤ ਦਾ ਕੁੰਟ ਵੀ ਪਰਮਾਤਮਾ ਨੇ ਇਹਦੇ ਵਿੱਚ ਹੀ ਟਿਕਾਇਆ ਹੈ। ਅਥਵਾ ਹਿਰਦਾ ਰੂਪ ਜਿਹੜਾ ਬਗੀਚਾ ਪਰਮੇਸ਼ਰ ਨੇ ਬਣਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਆਸ ਪਾਸ ਬਿਖੂਆ ਕੇ ਕੁੰਟਾ। ਕਾਮ ਕ੍ਰੋਧ ਆਦਿਕ ਜਿਹੜੇ ਇਹ ਸਾਧ ਸੰਗਤ ਜੀ ਬੇਕ ਜ਼ਹਿਰ ਦੀ ਤਰ੍ਹਾਂ ਕੁੰਟ ਬਣੇ ਹੋਏ ਹਨ ਹਿਰਦੇ ਰੂਪ ਬਗੀਚੇ ਦੇ ਕੋਲ। ਔਰ ਇਸੇ ਪਾਸ ਨਾਲ ਹੀ ਕਹਿੰਦੇ ਨੇ ਬੀਜ ਅੰਮ੍ਰਿਤ ਹੈ ਭਾਈ ਰੇ। ਇਸ ਹਿਰਦੇ ਰੂਪ ਬਗੀਚੇ ਵਿੱਚ ਪਰਮਾਤਮਾ ਨੇ ਅੰਮ੍ਰਿਤ ਦਾ ਕੁੰਟ ਵੀ ਟਿਕਾਇਆ ਹੋਇਆ। ਮਹਾਰਾਜ ਜੀ ਦੇ ਬਚਨ ਪੜ੍ਹਦੇ ਆ ਨਾ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਕਿ ਇਸ ਹਿਰਦੇ ਘਰ ਦੇ ਅੰਦਰ ਹੀ ਪਰਮਾਤਮਾ ਨੇ ਅੰਮ੍ਰਿਤ ਦਾ ਖਜ਼ਾਨਾ, ਅੰਮ੍ਰਿਤ ਦਾ ਕੁੰਟ ਟਿਕਾਇਆ ਹੋਇਆ ਹੈ। ਸੋ ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਜਿਹੜਾ ਤੇ ਸਾਧ ਸੰਗਤ ਜੀ ਬੇਸਮਝ ਮਨੁੱਖ ਹੁੰਦਾ ਹੈ ਨਾ, ਉਹ ਅੰਮ੍ਰਿਤ ਦੇ ਕੁੰਡ ਤੱਕ ਪਹੁੰਚ ਹੀ ਨਹੀਂ ਕਰ ਸਕਦਾ। ਬੇਸਮਝ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ, ਉਹ ਜ਼ਹਿਰ ਦੇ ਰੁੱਖਾਂ ਦੇ ਨਾਲ ਹੀ ਹਰ ਸਮੇਂ ਚੰਬੜਿਆ ਰਹਿੰਦਾ। ਥੋੜ੍ਹੀ ਜਿਹੀ ਮਿਠਾਸ ਆਉਂਦੀ ਹੈ, ਫਿਰ ਬਾਅਦ ਵਿੱਚ ਉਹ ਜ਼ਹਿਰ ਜਿਹੜੀ ਹੈ ਦੁਖਦਾਇਕ ਬਣਦੀ ਹੈ। ਉਹ ਜ਼ਹਿਰੀਲੇ ਪਦਾਰਥਾਂ ਨੂੰ ਛਕਣ ਦੇ ਵਿੱਚ ਲੱਗਾ ਰਹਿੰਦਾ। ਜ਼ਹਿਰ ਦੀ ਤਰ੍ਹਾਂ ਵਿਸ਼ਿਆਂ ਵਿਕਾਰਾਂ ਦੇ ਸੁੱਖਾਂ ਨੂੰ, ਰਸਾਂ ਨੂੰ ਭੋਗਣ ਦੇ ਵਿੱਚ ਹੀ ਲੱਗਾ ਰਹਿੰਦਾ। ਪਰ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਦਾ ਕੁੰਟ ਪ੍ਰਮਾਤਮਾ ਨੇ ਟਿਕਾਇਆ, ਉੱਥੋਂ ਤੱਕ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਪਹੁੰਚਦਾ ਹੈ। ਇਹਨਾਂ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ, ਬਿਕ ਜ਼ਹਿਰ ਦੀ ਤਰ੍ਹਾਂ ਵਿਕਾਰਾਂ ਨੂੰ ਛੱਡ ਕਰਕੇ ਕਿ ਇਹ ਜਿਹੜਾ ਰਸ ਹੈ ਇਹ ਛਿਨ ਮਾਤਰ ਦੇ ਸਮੇਂ ਵਾਸਤੇ ਹੈ, ਫਿਰ ਥੋੜ੍ਹੇ ਸਮੇਂ ਬਾਅਦ ਇਹ ਫਿੱਕਾ ਪੈ ਜਾਣ ਵਾਲਾ ਹੈ। ਇਸ ਲਈ ਮਹਾਰਾਜ ਕਹਿੰਦੇ ਕੋਈ ਵਿਰਲੇ ਗੁਰਮੁਖ ਜਨ ਹੁੰਦੇ ਹਨ ਜੋ ਵਾਹਿਗੁਰੂ ਦੇ ਨਾਮ ਅੰਮ੍ਰਿਤ ਕੁੰਡ ਤੱਕ ਪਹੁੰਚਦੇ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਿੰਚਨ ਹਾਰੇ ਏਕੈ ਮਾਲੀ। ਤੇ ਫਿਰ ਜਿਵੇਂ ਬਗੀਚੇ ਨੂੰ, ਬਾਗ ਨੂੰ ਸਿੰਜਣਾ ਕਰਦਾ ਨਾ, ਪਾਣੀ ਦਿੰਦਾ ਜਿਹੜਾ ਮਾਲੀ ਹੁੰਦਾ, ਮਹਾਰਾਜ ਕਹਿੰਦੇ ਸੰਸਾਰ ਰੂਪੀ ਬਗੀਚੇ ਦਾ ਮਾਲੀ ਵੀ ਇੱਕ ਪਰਮਾਤਮਾ ਹੈ।
ਇਹ ਜਿੰਨਾ ਵੀ ਸੰਸਾਰ ਰੂਪੀ ਬਾਗ ਬਣਾਇਆ ਨਾ, ਤਰ੍ਹਾਂ ਤਰ੍ਹਾਂ ਦੇ ਰੁੱਖਾਂ ਰੂਪੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਹਨ। ਇਹਨਾਂ ਨੂੰ ਸਿੰਚਣ ਵਾਲਾ, ਇਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਮਾਲੀ ਇੱਕ ਪਰਮਾਤਮਾ ਹੈ। ਉਸ ਪਰਮੇਸ਼ਰ ਤੋਂ ਬਿਨਾਂ ਕੋਈ ਜੀਵਾਂ ਰੂਪ ਰੁੱਖਾਂ ਦੀ ਪਰਵਰਿਸ਼ ਕਰਨ ਵਾਲਾ ਨਹੀਂ ਹੈ, ਦੇਖ ਰੇਖ ਕਰਨ ਵਾਲਾ ਨਹੀਂ ਹੈ। ਕੇਵਲ ਇੱਕੋ ਹੀ ਹੈ, ਉਹ ਪਰਮਾਤਮਾ ਆਪ ਹੈ। ਖਬਰ ਕਰਤ ਹੈ ਪਾਤ ਪਤ ਡਾਲੀ। ਇਹ ਜਿਵੇਂ ਮਾਲੀ ਦਾ ਸੁਭਾਅ ਹੁੰਦਾ ਨਾ, ਕਦੇ ਪੱਤਿਆਂ ਵੱਲ, ਕਦੇ ਜਿਹੜੇ ਸਾਧ ਸੰਗਤ ਜੀ ਡਾਹਣੀਆਂ ਹੁੰਦੀਆਂ ਨੇ ਛੋਟੇ ਵੱਡੇ ਪੱਤਿਆਂ ਦੇ ਵੱਲ, ਰੁੱਖਾਂ ਨੂੰ ਚੰਗੀ ਤਰ੍ਹਾਂ ਗੌਰ ਦੇ ਨਾਲ ਦੇਖਦਾ। ਇਹ ਕੋਈ ਕਿਸੇ ਤਰ੍ਹਾਂ ਇਹਨਾਂ ਵਿੱਚ ਖਰਾਬੀ ਤਾਂ ਨਹੀਂ ਹੋ ਰਹੀ, ਕਿਸੇ ਤਰ੍ਹਾਂ ਕੋਈ ਪੱਤੇ ਖਰਾਬ ਤਾਂ ਨਹੀਂ ਹੋ ਰਹੇ, ਟਾਹਣੀਆਂ ਨੂੰ ਕੋਈ ਤੋੜਦਾ ਤਾਂ ਨਹੀਂ ਹੈ। ਇਹ ਮਹਾਰਾਜ ਕਹਿੰਦੇ ਸਾਰੇ ਸੰਸਾਰ ਰੂਪੀ ਬਾਗ ਦਾ ਮਾਲਕ ਪਰਮੇਸ਼ਰ ਜੋ ਮਾਲੀ ਹੈ, ਉਹ ਹਰ ਇੱਕ ਜੀਵ ਰੂਪ ਪੱਤਿਆਂ ਨੂੰ ਬਾਰ-ਬਾਰ ਦੇਖਣਾ ਕਰਦਾ, ਸਭ ਦੀ ਦੇਖ ਰੇਖ ਆਪ ਕਰਦਾ ਪਿਆ। ਸਮੇਂ ਸਿਰ ਸਭ ਜੀਵਾਂ ਨੂੰ ਕਰਮਾਂ ਅਨੁਸਾਰ ਰਿਜ਼ਕ ਦਿੰਦਾ ਪਿਆ, ਸਭ ਦੀ ਪਰਵਰਿਸ਼ ਕਰਦਾ ਪਿਆ। ਔਰ ਇਸ ਪ੍ਰਕਾਰ ਉਹ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਖਬਰ ਕਰਤ ਹੈ। ਖਬਰ ਲੈਣੀ ਭਾਵ ਕਿ ਜਿਵੇਂ ਕਹਿੰਦੇ ਨੇ ਇਹਦੀ ਖਬਰ ਲੈਣਾ, ਸਭ ਦੀ ਸਾਂਭ ਸੰਭਾਲ ਕਰਨੀ, ਸਭ ਦੀ ਪਰਵਰਿਸ਼ ਕਰਨ ਵਾਲਾ ਉਹ ਸੰਸਾਰ ਦਾ ਮਾਲਕ ਬਾਗੀ ਪਰਮੇਸ਼ਰ ਆਪ ਹੈ। ਸਗਲ ਬਨਸਪਤ ਆਣ ਜੜਾਈ। ਜਿਸ ਪ੍ਰਮਾਤਮਾ ਨੇ ਸੰਸਾਰ ਦੇ ਅੰਦਰ ਸਾਰੀ ਸ੍ਰਿਸ਼ਟੀ ਰੂਪ ਬਨਸਪਤ ਆ ਕੇ ਜੜਾਈ ਜੜ ਦਿੱਤੀ ਹੈ, ਪੈਦਾ ਕਰ ਦਿੱਤੀ ਹੈ। ਸਗਲੀ ਫੂਲੀ ਨਿਫਲ ਨਾ ਕਾਈ। ਹਜੂਰ ਕਹਿੰਦੇ ਸਾਰੀ ਜਿਹੜੀ ਸ੍ਰਿਸ਼ਟੀ ਰੂਪ ਬਨਸਪਤ ਹੈ ਨਾ, ਫੁੱਲਣ ਰਹੀ ਹੈ, ਕੋਈ ਨਿਫਲ ਨਹੀਂ ਜਾ ਰਹੀ। ਪਰਮੇਸ਼ਰ ਦੀ ਪੈਦਾ ਕੀਤੀ ਹੋਈ ਜਿਹੜੀ ਬਨਸਪਤ ਹੈ, ਅਥਵਾ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਬਾਗ ਦੇ ਵਿੱਚ ਸਗਲ ਬਨਸਪਤ ਆਣ ਜੜਾਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਚੰਗੀ ਸ਼ੁਭ ਗੁਣਾਂ ਦੀ ਬਨਸਪਤ ਨੂੰ ਆਪਣੇ ਹਿਰਦੇ ਅੰਦਰ ਜੜ ਲਿਆ, ਭਾਵ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ ਹੈ। ਸ਼ੁਭ ਗੁਣਾਂ ਦੇ ਧਾਰਨ ਕੀਤੀ ਹੋਈ ਬਨਸਪਤ ਕਦੇ ਨਿਫਲ ਨਹੀਂ ਜਾਣਾ ਕਰਦੀ, ਜ਼ਰੂਰ ਬਰ ਜ਼ਰੂਰ ਜੀਵ ਨੂੰ ਫਲ ਦੇਣਾ ਕਰਦੀ ਹੈ। ਸਾਧ ਸੰਗਤ ਜੀ, ਜੀਵਨ ਮੁਕਤੀ ਦਾ, ਬ੍ਰਹਮ ਗਿਆਨ ਦਾ ਫਲ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ ਜੇ ਕਿਤੇ ਸ਼ੁਭ ਗੁਣਾਂ ਦੀ ਬਨਸਪਤ ਖੇਤੀ ਨੂੰ ਆਪਣੇ ਹਿਰਦੇ ਰੂਪ ਧਰਤੀ ਵਿੱਚ ਬੀਜ ਲੈਂਦਾ ਹੈ, ਸ਼ੁਭ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਫਿਰ ਪ੍ਰੇਮ ਦੇ ਜਲ ਦੇ ਨਾਲ ਸਿੰਚਦਾ ਹੈ। ਮਹਾਰਾਜ ਕਹਿੰਦੇ ਜਿਹੜੇ ਔਗਣ ਹਨ, ਵਿਕਾਰ ਹਨ, ਇਹ ਵਾਧੂ ਨਦੀਰ ਨੂੰ ਕੱਢ ਕਰਕੇ ਸਫਾਈ ਰੱਖਦਾ, ਆਪਣੇ ਹਿਰਦੇ ਰੂਪ ਧਰਤੀ ਨੂੰ ਸਾਫ਼ ਕਰਕੇ ਰੱਖਦਾ। ਉੱਥੇ ਫਿਰ ਸ਼ੁਭ ਗੁਣਾਂ ਦੀ ਖੇਤੀ ਫਲੀਭੂਤ ਹੋ ਜਾਂਦੀ ਹੈ, ਕਦੇ ਵਿਅਰਥ ਨਹੀਂ ਜਾਣਾ ਕਰਦੀ, ਜੀਵ ਨੂੰ ਗਿਆਨ ਰੂਪੀ ਫਲ ਜ਼ਰੂਰ ਬਰ ਜ਼ਰੂਰ ਦੇਣਾ ਕਰਦੀ ਹੈ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ। ਪਰਮੇਸ਼ਰ ਦਾ ਨਾਮ ਅੰਮ੍ਰਿਤ ਦਾ ਫਲ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਤੋਂ ਪਾਇਆ ਹੈ। ਨਾਨਕ ਦਾਸ ਤਰੀ ਤਿਨ ਮਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੋ, ਵਾਹਿਗੁਰੂ ਦੇ ਦਾਸਾਂ ਨੇ ਇਹ ਸੰਸਾਰ ਦੀ ਵਿਚਿੱਤਰ ਤੇ ਪ੍ਰਬਲ ਮਾਇਆ ਨੂੰ ਤਰ ਜਾਣਾ ਕੀਤਾ, ਇਹਦੇ ਤੋਂ ਪਾਰ ਹੋ ਗਏ ਹਨ। ਜਿਸ ਦੁੱਤਰ ਮਾਇਆ ਨੂੰ ਤਰਨਾ ਬੜਾ ਬਿਖਮ ਹੈ, ਬੜਾ ਕਠਿਨ ਹੈ, ਬਹੁਤ ਔਖਾ ਹੈ, ਪਰ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਨੇ ਆਪਣੀ ਜਾਤ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਤੋਂ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਆਤਮਿਕ ਰਸ ਕਰ ਦੇਣ ਵਾਲਾ, ਅਮਰ ਕਰ ਦੇਣ ਵਾਲਾ ਵਾਹਿਗੁਰੂ ਜੀ ਦਾ ਸੱਚਾ ਨਾਮ ਰਸ ਜਿਨ੍ਹਾਂ ਨੇ ਪੂਰੇ ਸਤਿਗੁਰਾਂ ਤੋਂ ਪਾ ਲਿਆ, ਮਹਾਰਾਜ ਕਹਿੰਦੇ ਉਹ ਦੁੱਤਰ ਮਾਇਆ ਤੋਂ ਤਰ ਗਏ, ਪਾਰ ਹੋ ਗਏ ਹਨ। ਉਹਨਾਂ ਨੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਕਮਲ ਦੀ ਤਰ੍ਹਾਂ ਆਪਣਾ ਜੀਵਨ ਨਿਰਲੇਪ ਨਿਰਵਾਹ ਕਰਨਾ ਕੀਤਾ, ਕਮਲ ਦੀ ਤਰ੍ਹਾਂ ਅਸੰਗ ਹੋ ਕੇ ਸੰਸਾਰ ਦੇ ਅੰਦਰ ਰਹਿ ਕੇ ਉਹਨਾਂ ਗੁਰਮੁਖਾਂ ਨੇ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਲਿਆ ਹੈ। ਆਸਾ ਮਹੱਲਾ ਪੰਜਵਾ। ਰਾਜ ਲੀਲਾ ਤੇਰਾ ਨਾਮ ਬਨਾਈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਬਖਸ਼ਿਸ਼ ਕਰ ਰਹੇ ਹਨ, हे ਪ੍ਰਮਾਤਮਾ, ਆਪ ਜੀ ਦੇ ਪਿਆਰੇ ਗੁਰਮੁਖ ਜਨਾਂ ਨੇ ਤੁਹਾਡੇ ਨਾਮ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਰਾਜ ਭਾਗ ਦੀ ਲੀਲਾ ਬਣਾਇਆ ਹੈ। ਰਾਜ ਲੀਲਾ ਤੇਰਾ ਨਾਮ ਬਨਾਈ, ਕਿਉਂਕਿ ਜਿਹੜੇ ਰਾਜੀ ਲੋਕ ਹੁੰਦੇ ਹੈ ਨਾ, ਉਹ ਰਾਜ ਭਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ, ਨਾਚ ਤਮਾਸ਼ੇ ਆਦਿਕ ਦੇਖਦੇ ਆ। ਫਿਰ ਕੋਈ ਹਾਸਾ ਮਖੌਲ ਕਰਨ ਵਾਲੇ, ਹਸਾਉਣ ਵਾਲੇ ਵੀ ਸਾਧ ਸੰਗਤ ਜੀ, ਹਾਸ ਰਸ ਕਾਵ ਕਵਿਤਾਵਾਂ ਆਦਿਕ ਬੋਲਣ ਵਾਲੇ ਆਉਂਦੇ ਆ।
ਫਿਰ ਤਰ੍ਹਾਂ ਤਰ੍ਹਾਂ ਦੇ ਚੋਜ ਤਮਾਸ਼ੇ ਦਿਖਾਉਣ ਵਾਲੇ ਆਉਂਦੇ ਹਨ। ਪਰ ਮਹਾਰਾਜ ਕਹਿੰਦੇ ਹੈ ਵਾਹਿਗੁਰੂ, ਜਿਹੜੀ ਇਹ ਰਾਜ ਭਾਗ ਦੀ ਲੀਲਾ ਹੈ, ਮਹਾਰਾਜ ਆਪ ਜੀ ਦੇ ਪਿਆਰੇ ਜਨਾਂ ਨੂੰ ਇਹੋ ਬਣਾਈ ਜੋ ਆਪ ਜੀ ਦਾ ਨਾਮ ਜਪ ਰਹੇ ਹਨ। ਰਾਜ ਲੀਲਾ ਤੇਰਾ ਨਾਮ ਬਣਾਈ। ਮਹਾਰਾਜ ਆਪ ਜੀ ਦੇ ਨਾਮ ਨੂੰ ਹੀ ਸੱਚੀ ਲੀਲਾ, ਸੱਚੇ ਕੌਤਕ ਬਣਾਇਆ ਹੈ। ਜੋਗ ਬਨਿਆ ਤੇਰਾ ਕੀਰਤਨ ਗਾਈ। ਤੇ ਜੀਵਨ ਦੇ ਵਿੱਚ ਜੋਗ ਕਿਹੜਾ ਧਾਰਨ ਕੀਤਾ? ਜੋਗ ਕਾਹਦਾ ਬਣਾਇਆ? ਜੋ ਪਰਮੇਸ਼ਰ ਆਪ ਜੀ ਦਾ ਕੀਰਤਨ ਕਰਦੇ ਹਨ। ਮਹਾਰਾਜ ਆਪ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚ ਮਿਲ ਕੇ ਤੁਹਾਡਾ ਜਸ ਕਰਨਾ, ਇਹੋ ਅਸਲ ਦੇ ਵਿੱਚ ਸਾਡਾ ਜੋਗ ਹੈ। ਜਿਹੜੇ ਯੋਗਾ ਅਭਿਆਸ ਕਰਦੇ ਹਨ ਸਾਧ ਸੰਗਤ ਜੀ, ਜੋ ਪ੍ਰਾਣਾਯਾਮ, ਪ੍ਰਤਿਹਾਰ ਆਦਿਕ ਜਿਹੜੇ 8 ਇਹਦੇ ਅੰਗ ਮੰਨੇ 8 ਚਿੰਨ੍ਹ ਹਨ ਯੋਗਾ ਅਭਿਆਸ ਦੇ, ਜ਼ਿੰਦਗੀ ਦਾ ਵੱਡਾ ਪੱਖ ਉਹ ਚਿੰਨ੍ਹ ਸਿੱਖਦਿਆਂ ਹੋਇਆਂ, ਉਹ ਅੰਗ ਸਿੱਖਦਿਆਂ ਹੋਇਆਂ ਜ਼ਿੰਦਗੀ ਦਾ ਵੱਡਾ ਪੱਖ ਲੰਘ ਜਾਂਦਾ ਹੈ। ਫਿਰ ਵੀ ਪਤਾ ਨਹੀਂ ਉਹ ਸਿੱਖਿਆ ਜਾਣਾ ਵੀ ਹੈ ਕਿ ਨਹੀਂ ਜਾਣਾ। ਉਹ ਪ੍ਰਾਣਾਯਾਮ ਸਿੱਖਣ ਦੇ ਵਾਸਤੇ ਕਿੰਨਾ ਕਿੰਨਾ ਜ਼ਿੰਦਗੀ ਦਾ ਸਮਾਂ ਬਤੀਤ ਹੋ ਜਾਂਦਾ ਹੈ। ਪਰ ਜੇ ਸਿੱਖ ਵੀ ਲਵੇ ਤੇ ਫਿਰ ਵੀ ਸਾਧ ਸੰਗਤ ਜੀ ਮਨ ਦੇ ਜਿਹੜੇ ਫੁਰਨੇ ਆ ਨਾ, ਉਹਨਾਂ ਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਤਿਹਾਸ ਗਵਾਹ ਹੈ, ਰਾਜੇ ਭਰਤਰੀ ਦੇ ਬਾਰੇ ਵੀ ਜ਼ਿਕਰ ਆਉਂਦਾ ਹੈ ਕਿ ਭਾਵੇਂ ਪਰਿਵਾਰ ਦੇ ਵਿੱਚੋਂ ਸਾਧ ਸੰਗਤ ਜੀ ਰਾਜ ਭਾਗ ਛੱਡ ਕੇ ਵੈਰਾਗ ਧਾਰਨ ਕਰ ਲਿਆ ਸੀ, ਜੋ ਆਪਣੇ ਘਰ ਵਾਲੀ ਪਤਨੀ ਵੱਧ ਚੱਲਣ ਜਾਣ ਕਰਕੇ ਕਿ ਗਿਰਿਆ ਹੋਇਆ ਆਚਰਣ ਹੈ, ਮਨ ਜਿਹੜਾ ਸੀ ਉਹ ਪਰਾਮ ਹੋ ਗਿਆ ਸੀ ਰਾਗ ਭਾਗ ਤੋਂ। ਤੇ ਜਦੋਂ ਯੋਗਾ ਅਭਿਆਸ ਵੀ ਸਿੱਖ ਲਿਆ, ਯੋਗੀਆਂ ਦੀ ਟੋਲੀ ਵੀ ਜਾ ਕਰਕੇ ਪੰਥ ਵਿੱਚ ਸ਼ਾਮਲ ਹੋ ਗਿਆ, ਤੇ ਫਿਰ ਬਾਅਦ ਵਿੱਚ ਫਿਰ ਸੰਕਲਪ ਕਰ ਲਿਆ ਤੇ ਦੁਬਾਰਾ ਫਿਰ ਇਹਨੇ ਸਾਧ ਸੰਗਤ ਜੀ ਆਪਣਾ ਵਿਆਹ ਕਰਵਾ ਲਿਆ ਸੀ ਭਰਤਰੀ ਰਾਜੇ ਨੇ। ਔਰ ਇਸੇ ਤਰ੍ਹਾਂ ਮਛੰਦਰ ਨਾਥ ਜਿਹੜਾ ਜੋਗੀ ਹੈ, ਇਹ ਜੋਗੀ ਦੇ ਵਿੱਚ ਸ਼੍ਰੋਮਣੀ ਮੰਨਿਆ ਜਾਂਦਾ ਸੀ। ਭਾਵੇਂ ਯੋਗਾ ਅਭਿਆਸ ਵੀ ਸਿੱਖ ਲਿਆ, ਰਿੱਧੀਆਂ ਸਿੱਧੀਆਂ ਕਰਾਮਾਤਾਂ ਵੀ ਪ੍ਰਾਪਤ ਕਰ ਲਈਆਂ ਸਨ, ਪਰ ਫਿਰ ਵੀ ਦੇਖ ਲਓ ਸਾਧ ਸੰਗਤ ਜੀ, ਪਰ ਕਾਇਆ ਪਲਟ ਜਿਹੜੀ ਸ਼ਕਤੀ ਹੈ ਨਾ, ਕਰਾਮਾਤ ਹੈ, ਇਹਦੇ ਬਲ ਦੇ ਨਾਲ ਸਾਧ ਸੰਗਤ ਜੀ ਅਮਰੂ ਰਾਜੇ ਦੀ ਮਰੇ ਹੋਏ ਦੀ ਦੇਹ ਵੀ ਜਾ ਕੇ ਪ੍ਰਵੇਸ਼ ਹੋ ਗਿਆ ਸੀ। ਤੇ ਪਦਮਣੀਆਂ ਦੇ ਰਾਣੀਆਂ ਦੇ ਤਾਈ ਵਿਭਚਾਰ ਕਰਦਾ ਰਿਹਾ। ਮਹਾਰਾਜ ਕਹਿੰਦੇ ਮਨ ਦੇ ਜਿਹੜੇ ਮੰਦੇ ਸੁਭਾਅ, ਮੰਦੇ ਫੁਰਨੇ ਆ ਨਾ, ਉਹ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ। ਭਾਵੇਂ ਕੋਈ ਯੋਗੀ ਯੋਗਾ ਅਭਿਆਸ ਸਿੱਖ ਕੇ ਯੋਗੀ ਵੀ ਬਣ ਜਾਂਦਾ ਹੈ, ਯੋਗ ਦੇ ਚਿੰਨ੍ਹ ਵੀ ਧਾਰਨ ਕਰ ਲੈਂਦਾ ਹੈ। ਇਸ ਲਈ ਮਹਾਰਾਜ, ਹੇ ਪਰਮੇਸ਼ਰ ਜੀ, ਯੋਗ ਬਣਿਆ ਤੇਰਾ ਕੀਰਤਨ ਗਾਈ। ਮਹਾਰਾਜ ਆਪ ਜੀ ਦਾ ਕੀਰਤਨ ਗਾਉਣਾ, ਤੁਹਾਡਾ ਜਸ ਗਾਉਣਾ ਸਤ ਸੰਗਤ ਵਿੱਚ ਮਿਲ ਕੇ, ਇਹੋ ਮਹਾਰਾਜ ਸਾਡੇ ਵਾਸਤੇ ਯੋਗ ਬਣਿਆ ਹੈ। ਇਹੋ ਹੀ ਅਸਾਂ ਨੇ ਅਸਲ ਯੋਗ ਧਾਰਨ ਕੀਤਾ ਹੈ। ਸਰਬ ਸੁਖਾ ਬਨੇ ਤੇਰਾ ਓਲੈ। ਮਹਾਰਾਜ ਓਲੈ ਆਪ ਜੀ ਦੇ ਆਸਰੇ ਕਰਕੇ ਸਾਰੇ ਸੁੱਖ ਸਾਨੂੰ ਸੰਸਾਰ ਦੇ ਅੰਦਰ ਬਣ ਰਹੇ, ਪ੍ਰਾਪਤ ਹੋ ਰਹੇ ਹਨ। ਤੇ ਅਰਬੀ ਵਿੱਚ ਓਲੈ ਨੂੰ ਸੁੰਦਰਤਾ ਕਿਹਾ ਜਾਂਦਾ ਹੈ। ਅਰਬੀ ਭਾਸ਼ਾ ਦੇ ਵਿੱਚ ਓਲੈ ਨਾਮ ਸੁੰਦਰਤਾ ਦਾ ਹੈ। ਮਹਾਰਾਜ ਸਾਰੇ ਸੁੰਦਰ ਭਾਵ ਸੋਹਣੇ ਕੰਮ ਬਣ ਰਹੇ ਹੈ, ਸਾਰੇ ਸੋਹਣੀ ਤਰ੍ਹਾਂ ਸੁੰਦਰਤਾ ਸਹਿਤ ਚੰਗੇ ਢੰਗ ਦੇ ਨਾਲ ਸਾਰੇ ਸੁੱਖ ਸਾਨੂੰ ਪ੍ਰਾਪਤ ਹੋ ਰਹੇ ਹਨ। ਭ੍ਰਮ ਕੇ ਪਰਦੇ ਸਤਿਗੁਰ ਖੋਲੇ। ਕਿਉਂਕਿ ਸਾਡੇ ਭਰਮ ਦੇ ਪਏ ਹੋ ਜਿਹੜੇ ਮਨ ਤੇ ਪੜਦੇ ਸਨ, ਪੂਰੇ ਸਤਿਗੁਰਾਂ ਨੇ ਖੋਲ ਦਿੱਤੇ ਹੈ। ਹੁਣ ਤਾਂ ਸਭ ਥਾਵਾਂ ਤੇ ਬ੍ਰਹਮ ਵਾਹਿਗੁਰੂ ਜੀ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਹੁਣ ਤਾਂ ਸਭ ਥਾਵਾਂ ਤੇ ਸੁੱਖ ਸਰੂਪ ਪਰਮਾਤਮਾ ਹੀ ਦਿਸਦਾ ਹੈ। ਕਿਉਂਕਿ ਗਰੀਬ ਨਵਾਜ ਸਤਿਗੁਰੂ ਜੀ ਨੇ ਭਰਮ ਕੇ ਪਰਦੇ ਸਤਿਗੁਰ ਖੋਲੇ। ਭਰਮ ਦਾ ਸ਼ਿਕਾਰ ਹੋਇਆ ਪਰਮਾਤਮਾ ਤੇ ਸ਼ੱਕ ਕਰਦੇ ਤੇ ਸੰਸਾਰ ਨੂੰ ਸੱਚਾ ਮੰਨਦੇ ਸਾਂ, ਪਰ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਭਰਮ ਦੇ ਪਰਦੇ ਖੋਲ ਦਿੱਤੇ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਹੁਕਮ ਬੂਝ ਰੰਗ ਰਸ ਮਾਣੇ। ਇਹ ਜੀਵ ਜੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਵੇ ਨਾ, ਤੇ ਪਰਮੇਸ਼ਰ ਦੇ ਨਾਮ ਰਸ ਦਾ ਜਿਹੜਾ ਰੰਗ ਆਨੰਦ ਹੈ ਨਾ, ਉਹਨੂੰ ਮਾਣ ਲਵੇਗਾ। ਪਰਮਾਤਮਾ ਦਾ ਹੁਕਮ ਬੁੱਝਣਾ ਹੀ ਅਸਲ ਦੇ ਵਿੱਚ ਪਰਮ ਆਨੰਦ ਹੈ, ਹਿਰਦੇ ਦਾ ਅੰਦਰ ਦਾ ਰਹੱਸ ਹੈ। ਸਤਿਗੁਰ ਸੇਵਾ ਮਹਾ ਨਿਰਬਾਣੇ। ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਮਹਾਨ ਹੈ, ਨਿਰਬਾਣੇ। ਮਹਾਰਾਜ ਕਹਿੰਦੇ ਨਿਰਬਾਣ ਪਦਵੀ ਦੀ ਦਾਤ ਬਖਸ਼ਿਸ਼ ਕਰਨ ਵਾਲੀ ਹੈ।
ਮਹਾ ਨਿਰਬਾਣੇ ਮਹਾਨ, ਜਿਹੜਾ ਬੰਧਨਾਂ ਤੋਂ ਰਹਿਤ ਪਾਦਿਆ ਨੂੰ ਪ੍ਰਾਪਤ ਹੋ ਜਾਂਦਾ ਹੈ। ਨਿਰਬਾਣੇ ਜੀਵ ਭੈੜੀਆਂ ਬਾਣੇ ਆਦਤਾਂ ਤੋਂ ਨਿਰਰਹਿਤ ਹੋ ਜਾਂਦਾ ਹੈ। ਬਾਣ ਨਾਮ ਆਦਤ ਦਾ ਹੈ। ਫਿਰ ਮਹਾਰਾਜ ਕਹਿੰਦੇ ਹਨ ਬਾਣ ਨਾਮ ਅਮਲ ਦਾ ਵੀ ਹੈ, ਬਾਣ ਨਾਮ ਨਸ਼ੇ ਦਾ ਵੀ ਹੈ। ਜੋ ਨਸ਼ੇ ਦੀਆਂ ਭੈੜੀਆਂ ਆਦਤਾਂ ਪਈਆਂ ਹੋਈਆਂ, ਕਦੇ ਕਿਸੇ ਨਸ਼ੇ ਵਿੱਚ ਗਲਤਾਨ ਹੋ ਜਾਂਦਾ ਹੈ, ਕਦੇ ਕਿਸੇ ਨਸ਼ੇ ਵਿੱਚ ਗਲਤਾਨ ਹੋ ਜਾਂਦਾ ਹੈ, ਕਦੇ ਕਿਸੇ ਭੈੜੇ ਕਰਮਾਂ ਦੀ ਆਦਤ ਵਿੱਚ ਪਿਆ ਰਹਿੰਦਾ, ਕਦੇ ਕਿਸੇ ਭੈੜੇ ਕਰਮਾਂ ਦੀ ਆਦਤ ਨੂੰ ਬਣਾਈ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰੂ ਚਰਨਾਂ ਦੀ ਸੇਵਾ ਕਰਨੇ ਕਰਕੇ ਇਹ ਜੀਵ ਭੈੜੀਆਂ ਆਦਤਾਂ ਤੋਂ ਵੀ ਰਹਿਤ ਹੋ ਜਾਂਦਾ ਹੈ। ਨਿਰਬਾਣੇ ਨਿਰਰਹਿਤ ਹੋ ਜਾਂਦਾ ਹੈ ਸੰਸਾਰ ਦੀਆਂ ਬਾਣ ਆਦਤਾਂ ਤੋਂ। ਭਾਵੇਂ ਖੋਟੀ ਸੰਗਤ ਦੀ ਹੈ, ਭਾਵੇਂ ਜੂਆ ਖੇਡਣ ਦੀ ਆਦਤ ਹੈ, ਭਾਵੇਂ ਸਾਧ ਸੰਗਤ ਦੀ ਚੋਰੀ ਕਰਨ ਦੀ ਆਦਤ ਹੈ, ਝੂਠ ਬੋਲਣ ਦੀ ਆਦਤ ਹੈ, ਨਿੰਦਿਆ ਚੁਗਲੀ ਕਰਨ ਦੀ ਆਦਤ ਹੈ। ਮਹਾਰਾਜ ਕਹਿੰਦੇ ਹਨ ਸਭ ਆਦਤਾਂ ਤੋਂ ਰਹਿਤ ਹੋ ਜਾਂਦਾ ਹੈ ਜੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ। ਹੇ ਪ੍ਰਮਾਤਮਾ, ਜਿਨ੍ਹਾਂ ਨੇ ਆਪ ਜੀ ਦੇ ਸਵਰੂਪ ਨੂੰ ਜਾਣ ਲਿਆ ਹੈ, ਉਹ ਭਾਵੇਂ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਹੈ, ਗ੍ਰਸਤੀ ਹੈ, ਭਾਵੇਂ ਉਹ ਉਦਾਸੀ ਹੈ, ਉਦਾਸ ਉਹਨੇ ਭਾਵੇਂ ਉਦਾਸੀਆਂ ਵਾਲਾ ਜੀਵਨ ਧਾਰਨ ਕੀਤਾ ਹੈ, ਉਦਾਸੀ ਉਸ ਨੇ ਭਾਵੇਂ ਧਰਮ ਨੂੰ ਜੀਵਨ ਵਿੱਚ ਗ੍ਰਹਿਣ ਕੀਤਾ ਹੈ। ਪ੍ਰਵਾਨ ਉਹ ਹੀ ਹੈ ਜਿਸ ਨੇ ਮਹਾਰਾਜ ਆਪ ਜੀ ਦੇ ਸਰੂਪ ਨੂੰ ਜਾਣਿਆ ਹੈ। ਮਹਾਰਾਜ ਸਤਿਗੁਰੂ ਜੀ ਦੇ ਬਚਨ ਆਉਂਦੇ ਹਨ, ਸੁਰਤੀ ਕੈ ਮਾਰਗ ਚਲ ਕੈ ਉਲਟੀ ਨਦਰ ਪ੍ਰਗਾਸੀ। ਮਨ ਦੇਖ ਬ੍ਰਹਮ ਗਿਆਨੀ। ਹੇ ਮਨਾ, ਤੂੰ ਬ੍ਰਹਮ ਦੀ ਨਿਗਾਹ ਦੇ ਨਾਲ ਦੇਖ ਕੌਣ ਸੰਸਾਰ ਦੇ ਅੰਦਰ ਗ੍ਰਸਤੀ ਹੈ ਤੇ ਕੌਣ ਉਦਾਸੀ ਹੈ, ਕੌਣ ਗਿਰਹੀ ਕੌਣ ਉਦਾਸੀ। ਮਹਾਰਾਜ ਕਹਿੰਦੇ ਹਨ ਜਿਸ ਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਹਿਆ ਨਿਰਵਾਣ। ਜਿਸ ਤੇ ਹੋਵਾ ਸੋਈ ਕਰ ਮਾਨਿਆ, ਨਾਨਕ ਸੋਈ ਗਿਰਹੀ, ਨਾਨਕ ਗਿਰਹੀ ਉਦਾਸੀ ਸੋਈ ਜਾਣ। ਕਹਿੰਦੇ ਹਨ ਕਿ ਅਸਲ ਦੇ ਵਿੱਚ ਉਹ ਸੰਸਾਰ ਦੇ ਅੰਦਰ ਜੀਵ ਦਾ ਆਇਆ ਹੋਇਆ ਜੀਵਨ ਸਫਲਾ ਹੈ, ਉਹ ਅਸਲ ਗ੍ਰਸਤੀ ਹੈ, ਉਹ ਅਸਲ ਉਦਾਸੀ ਹੈ। ਜਿਸ ਕੀ ਆਸਾ ਤਿਸ ਹੀ ਸੌਂਪ ਕੈ, ਜਿਸ ਪਰਮਾਤਮਾ ਦੀ ਲਗਾਈ ਹੋਈ ਆਸਾ ਤ੍ਰਿਸ਼ਨਾ ਉਸੇ ਨੂੰ ਸੌਂਪ ਦੇਵੇ, ਅਰਪਣ ਕਰ ਦੇਵੇ ਕਿ ਮਹਾਰਾਜ ਸੰਸਾਰ ਦੇ ਸੁੱਖਾਂ ਦੀ ਕੋਈ ਸਾਡੇ ਅੰਦਰ ਭੁੱਖ ਨਹੀਂ ਹੈ, ਕੋਈ ਦੁਨੀਆ ਦੀ ਮਹਾਰਾਜ ਸਾਡੇ ਅੰਦਰ ਆਸਾ ਨਹੀਂ ਹੈ। ਕੇਵਲ ਆਸਾ ਹੈ ਆਪ ਜੀ ਦੇ ਦਰਸ਼ਨਾਂ ਦੀ, ਕੇਵਲ ਮਹਾਰਾਜ ਭੁੱਖ ਹੈ ਤੁਹਾਡੀ ਪ੍ਰਾਪਤੀ ਦੀ, ਤੁਹਾਡੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ। ਮਹਾਰਾਜ ਕਹਿੰਦੇ ਭਾਵੇਂ ਉਦਾਸੀ ਹੋਵੇ ਭਾਵੇਂ ਗ੍ਰਸਤੀ ਹੋਵੇ, ਉਹ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਜੋ ਸੰਸਾਰ ਦੀ ਆਸਾਂ ਛੱਡ ਕੇ ਇੱਕ ਵਾਹਿਗੁਰੂ ਦੀ ਆਸ ਰੱਖਦਾ ਹੈ। ਨਾਮ ਰਤਾ ਸੋਈ ਨਿਰਵਾਣ। ਜੋ ਜੀਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤਾ ਰਹਿੰਦਾ ਹੈ, ਇੱਕਮਿਕ ਹੋ ਕਰਕੇ ਰਹਿੰਦਾ ਹੈ, ਉਹ ਨਿਰਵਾਣ, ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ, ਔਗਣਾਂ ਤੋਂ ਵਿਸ਼ਿਆਂ ਵਿਕਾਰਾਂ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਜਾ ਕੋ ਮਿਲਿਓ ਨਾਮ ਨਿਧਾਨਾ। ਜੀਵਨ ਵਿੱਚ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਮਿਲਿਆ ਹੈ, ਭਨਤ ਨਾਨਕ ਤਾ ਕਾ ਪੂਰ ਖਜ਼ਾਨਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਉਹਨਾਂ ਦਾ ਹਿਰਦਾ ਰੂਪ ਖਜ਼ਾਨਾ ਪ੍ਰਮਾਤਮਾ ਨੇ ਲੱਬਾ ਲੱਭ ਭਰ ਦਿੱਤਾ ਭਗਤੀ ਦੇ ਭੰਡਾਰਿਆਂ ਦੇ ਨਾਲ, ਸ਼ੁਭ ਗੁਣਾ ਰੂਪੀ ਭੰਡਾਰਿਆਂ ਦੇ ਨਾਲ ਵਾਹਿਗੁਰੂ ਨੇ ਲੱਬਾ ਲੱਭ ਭਰ ਦਿੱਤਾ ਹੈ, ਜਿਸ ਨੂੰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੈ। ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਉਸ ਅੰਦਰ ਪਰਮਾਤਮਾ ਨੇ ਲੱਬਾ ਲੱਭ ਸ਼ੁਭ ਗੁਣ ਭਰ ਦਿੱਤੇ ਹਨ। ਉਹ ਸ਼ੁਭ ਗੁਣਾਂ ਦੇ ਨਾਲ ਅਥਵਾ ਪ੍ਰੇਮ ਰੂਪ ਜਲ ਦੇ ਨਾਲ ਉਹ ਹਿਰਦਾ ਭਰ ਗਿਆ, ਜਿਸ ਪ੍ਰੇਮ ਕਰਕੇ ਹੀ ਪਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਨੇ ਉਹ ਜੀਵ ਤੇ ਬਖਸ਼ਿਸ਼ ਕਰ ਦਿੱਤੀ ਹੈ। ਆਸਾ ਮਹੱਲਾ ਪੰਜਵਾ। ਤੀਰਥ ਜਾਓ ਤਾ ਹਾਉ ਹਾਉ ਕਰਤੇ। ਸਾਧ ਸੰਗਤ ਜੀ, ਕੋਈ ਪ੍ਰੇਮੀ ਜਗਿਆਸੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਆਇਆ, ਹੱਥ ਜੋੜ ਕੇ ਬੇਨਤੀ ਕਰਦਾ ਜੀ ਮਹਾਰਾਜ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋਣ ਦੇ ਲਈ ਮੈਂ ਬਹੁਤ ਯਤਨ ਕੀਤੇ ਹਨ, ਬਹੁਤ ਸਾਰੇ ਦੁਨੀਆ ਦੇ ਸਾਧਨ ਸਾਧ ਕੇ ਦੇਖ ਲਏ ਹਨ, ਪਰ ਫਿਰ ਵੀ ਸੰਸਾਰ ਦੇ ਬੰਧਨਾਂ ਤੋਂ ਛੁੱਟਿਆ ਨਹੀਂ ਜਾ ਰਿਹਾ। ਕਦੇ ਮਹਾਰਾਜ ਪੰਡਿਤ ਪਾਂਡੇ ਲੋਕਾਂ ਦੇ ਕੋਲ ਗਿਆ, ਕਦੇ ਬ੍ਰਾਹਮਣਾਂ ਦੇ ਕੋਲ ਗਿਆ,
ਕਦੇ ਕਰਮ ਕਾਂਡੀਆਂ ਦੇ ਕੋਲ ਗਿਆ, ਸਭ ਥਾਵਾਂ ਤੇ ਜਾ ਕੇ ਭਰਮ ਕੇ ਦੇਖ ਲਿਆ, ਪਰ ਫਿਰ ਵੀ ਜਗਤ ਦੇ ਬੰਧਨਾਂ ਤੋਂ ਛੁੱਟਿਆ ਨਹੀਂ ਗਿਆ। ਸਤਿਗੁਰੂ ਜੀ ਆਪ ਕਿਰਪਾ ਕਰਕੇ ਉਪਦੇਸ਼ ਦੇਵੋ। ਤੇ ਮਹਾਰਾਜ ਹਜੂਰ ਨੂੰ ਜਿਵੇਂ ਆ ਕੇ ਦੱਸਿਆ ਨਾ, ਮਹਾਰਾਜ ਮੈਂ ਤੀਰਥਾਂ ਤੇ ਵੀ ਜਾ ਕਰਕੇ ਦੇਖ ਲਿਆ, ਸਭ ਥਾਵਾਂ ਤੇ ਭਰਮ ਕਰਕੇ ਦੇਖ ਲਿਆ, ਕੋਈ ਵੀ ਸੰਸਾਰ ਦਾ ਸਾਧਨ ਛੱਡਿਆ ਨਹੀਂ, ਪਰ ਫਿਰ ਵੀ ਅਜੇ ਜਗਤ ਦੀ ਮੋਹ ਮਮਤਾ ਦੇ ਬੰਧਨਾਂ ਦੇ ਵਿੱਚ ਬੱਝਾ ਪਿਆ ਹਾਂ। ਤੇ ਮਹਾਰਾਜ ਆਪ ਕਿਰਪਾ ਕਰੋ, ਉਪਦੇਸ਼ ਦੇਵੋ। ਹਜੂਰ ਆਸਾ ਰਾਗ ਦੇ ਵਿੱਚ ਉਪਦੇਸ਼ ਦਿੰਦੇ ਹਨ। ਤੀਰਥ ਜਾਓ ਤਾ ਹਾਉ ਹਾਉ ਕਰਤੇ। ਇਹ ਪ੍ਰਾਣਾ ਧਾਰੀ ਜੀਵ ਜੇਕਰ ਕੋਈ ਤੀਰਥਾਂ ਤੇ ਜਾਂਦਾ ਨਾ ਇਸ਼ਨਾਨ ਕਰਨ ਦੇ ਲਈ, ਉਹ ਹਾਉ ਹਾਉ ਮੈਂ ਹੀ ਕਰਦਾ ਰਹਿੰਦਾ ਕਿ ਮੈਂ ਤੀਰਥ ਯਾਤਰਾ ਕੀਤੀ, ਮੈਂ ਇੰਨੇ ਤੀਰਥਾਂ ਤੇ ਇਸ਼ਨਾਨ ਕੀਤਾ। ਨਿਮਰਤਾਵਾਨ ਹੋ ਕੇ, ਚਾਹੀਦਾ ਤਾਂ ਇਹ ਸੀ ਕਿ ਨਿਮਰਤਾਵਾਨ ਹੋ ਕੇ ਰੱਬ ਨੂੰ ਚੇਤੇ ਕਰਦਾ, ਪਰਮਾਤਮਾ ਦਾ ਸ਼ੁਕਰਾਨਾ ਕਰਦਾ। ਮਹਾਰਾਜ ਮੇਰਾ ਕੀ ਬਲ ਹੈ, ਮੇਰਾ ਕੋਈ ਜ਼ੋਰ ਥੋੜ੍ਹਾ, ਆਪ ਨੇ ਮਹਾਰਾਜ ਸਮਰੱਥਾ ਦਿੱਤੀ ਹੈ, ਆਪ ਜੀ ਨੇ ਬਲ ਬਖਸ਼ਿਆ, ਤਾਂ ਹੀ ਮਹਾਰਾਜ ਤੀਰਥ ਯਾਤਰਾ ਵਾਸਤੇ ਆਏ ਹਾਂ, ਤਾਂ ਹੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਸਾਨੂੰ ਪ੍ਰਾਪਤ ਹੋ ਰਹੇ ਹੈ। ਨਹੀਂ ਤੇ ਸਾਡੇ ਮਨ ਦਾ ਖਿਆਲ ਇਹੋ ਹੁੰਦਾ ਕਿ ਮੈਂ ਤੀਰਥ ਯਾਤਰਾ ਕਰਕੇ ਆਇਆ, ਮੈਂ ਇਹਨੇ ਗੁਰੂ ਧਾਮਾਂ ਦੀ ਯਾਤਰਾ ਕੀਤੀ ਹੈ, ਮੈਂ ਇਹਨੇ ਅਸਥਾਨਾਂ ਤੇ ਦਰਸ਼ਨ ਕੀਤੇ ਹਨ। ਪਰ ਜੇ ਸਤਿਗੁਰੂ ਜੀ ਨੇ ਬਲ ਬਖਸ਼ਿਆ, ਆਸਰਾ ਦਿੱਤਾ ਹੈ, ਜਿਸ ਗਰੀਬ ਨਵਾਜ ਸਤਿਗੁਰਾਂ ਨੇ ਮਿਹਰ ਕਰਕੇ ਜੀਵ ਨੂੰ ਬਲ ਬਖਸ਼ਿਆ, ਉਹਨਾਂ ਸਤਿਗੁਰਾਂ ਨੂੰ ਭੁਲਾ ਦੇਣਾ। ਮਹਾਰਾਜ ਕਹਿੰਦੇ ਉਹ ਮੈਂ ਮੇਰੇ ਜਿਹੜੇ ਹੈ ਨਾ ਜੀਵ ਦੇ ਕੀਤੀ ਹੋਈ ਤੀਰਥ ਯਾਤਰਾ, ਤੀਰਥ ਇਸ਼ਨਾਨ, ਉਹ ਫਲ ਨਹੀਂ ਦੇਣਾ ਕਰਦੀ, ਫਲੀ ਭੂਤ ਨਹੀਂ ਹੋਣ ਦਿੰਦੀ, ਜਦੋਂ ਤੱਕ ਨਿਮਰਤਾ ਨਹੀਂ ਧਾਰਨ ਕਰਦਾ। ਸੋ ਪਾਤਸ਼ਾਹ ਜੀ ਕਹਿੰਦੇ ਤੀਰਥ ਜਾਓ ਤਾਂ ਹਾਉ ਹਾਉ ਕਰਤੇ। ਹੇ ਜੀਵਾ, ਜਿਹੜੇ ਤੀਰਥ ਯਾਤਰਾ ਵੀ ਕਰਦੇ ਆ, ਤੀਰਥਾਂ ਤੇ ਇਸ਼ਨਾਨ ਕਰਦੇ, ਉਹ ਵੀ ਹਾਉ ਹਾਉ ਹਰ ਸਮੇਂ ਹੰਕਾਰ ਹੀ ਕਰਦੇ ਰਹਿੰਦੇ ਹਨ। ਪੰਡਿਤ ਪੁੱਛਾਓ ਤਾ ਮਾਇਆ ਰਾਤੇ। ਜਿਹੜੇ ਪੰਡਿਤ ਵਿਦਵਾਨ ਲੋਕਾਂ ਨੂੰ ਪੁੱਛਣਾ ਕਰੀਏ ਕਿਵੇਂ ਜੀਵਨ ਦੀ ਸਫਲਤਾ, ਮਹਾਰਾਜ ਕਹਿੰਦੇ ਉਹ ਵੀ ਆਪ ਮਾਇਆ ਦੇ ਵਿੱਚ ਪ੍ਰਵਿਰਤਿਤ ਹੋਏ ਰਹਿੰਦੇ ਹਨ। ਹਰ ਸਮੇਂ ਧਨ ਔਰ ਪਦਾਰਥਾਂ ਦੇ ਵਿੱਚ ਹੀ ਉਹਨਾਂ ਦਾ ਮਨ ਰੱਤਾ ਰਹਿੰਦਾ ਹੈ। ਸੋ ਅਸਥਾਨ ਬਤਾਵਹੁ ਮੀਤਾ। ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਜਿਹੜੇ ਸੰਸਾਰ ਦੇ ਭਾਂਡੇ ਲੋਕ ਵੀ ਹੈ ਨਾ, ਮਹਾਰਾਜ ਕਹਿੰਦੇ ਉਹ ਵੀ ਹੰਕਾਰੀ ਬਣੇ ਫਿਰ ਰਹੇ ਹੈ। ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਸ਼ਬਦ ਦੀ ਵਿਚਾਰ ਕੀ ਹੈ, ਪਹਿਲਾਂ ਕਹਿੰਦਾ ਇੰਨੇ ਦਮੜੇ ਰੱਖੋ, ਇੰਨੇ ਪੈਸੇ ਦਿਓ ਤਾਂ ਫਿਰ ਤੁਹਾਨੂੰ ਦੱਸਾਂਗਾ। ਉਹ ਵੀ ਹੰਕਾਰੀ ਤੁਰੇ ਫਿਰ ਰਹੇ ਹੈ ਕਿ ਮੈਂ ਹੀ ਵੱਡਾ ਵਿਦਵਾਨ ਹਾਂ, ਮੇਰੇ ਵਰਗਾ ਕੌਣ ਸੰਸਾਰ ਦੇ ਅੰਦਰ ਪੰਡਿਤ ਹੈ, ਮੇਰੇ ਨਾਲੋਂ ਜ਼ਿਆਦਾ ਬੁੱਧੀ ਕਿਸ ਦੀ ਹੈ, ਮੇਰੇ ਨਾਲੋਂ ਜ਼ਿਆਦਾ ਕਿਹੜਾ ਬੁੱਧੀਮਾਨ ਹੈ, ਕਿਹੜਾ ਚਤੁਰ ਚਲਾਕ ਹੈ। ਮਹਾਰਾਜ ਕਹਿੰਦੇ ਪੰਡਿਤ ਜਿਹੜੇ ਆ ਨਾ, ਵਿਦਵਾਨ ਲੋਕ, ਉਹ ਵੀ ਮਾਇਆ ਦੇ ਵਿੱਚ ਹੀ ਰੱਤੇ ਫਿਰ ਰਹੇ ਹਨ। ਤੇ ਸਾਧ ਸੰਗਤ ਜੀ ਹੋ ਇਸੇ ਤਰ੍ਹਾਂ ਹੀ ਰਿਹਾ। ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਨਾ, ਜੇ ਕੋਈ ਕਥਾ ਪ੍ਰਚਾਰ ਦੇ ਵਾਸਤੇ ਕਿਸੇ ਵਿਦਵਾਨ ਪੁਰਖ ਨੂੰ ਬੇਨਤੀ ਕੀਤੀ ਜਾਵੇ ਕਿ ਸਮਾਗਮ ਦੇ ਵਿੱਚ ਕਥਾ ਕਰਨੀ ਹੈ, ਤੇ ਸਾਧ ਸੰਗਤ ਜੀ ਕਹਿੰਦੇ ਕਿ ਪਹਿਲਾਂ ਅਕਾਊਂਟ ਦੇ ਵਿੱਚ ਲੱਖ ਰੁਪਈਆ ਪਾਓ, ਫਿਰ ਕਥਾ ਕਰਨ ਵਾਸਤੇ ਆਵਾਂਗੇ। ਕਿੰਨੀਆਂ ਕਿੰਨੀਆਂ ਮੰਗਾਂ ਰੱਖੀਆਂ ਹੋਈਆਂ, ਕਿੰਨੇ ਕਿੰਨੇ ਪੈਸੇ ਪਹਿਲਾਂ ਕਹਿੰਦੇ ਅਕਾਊਂਟ ਦੇ ਵਿੱਚ ਪਾਓ, ਸਾਡੀਆਂ ਟਿਕਟਾਂ ਕਰਾਓ, ਤਾਂ ਫਿਰ ਤੁਹਾਡੇ ਕਥਾ ਕਰਨ ਵਾਸਤੇ ਆਵਾਂਗੇ, ਨਹੀਂ ਤੇ ਅਸੀਂ ਨਹੀਂ ਕਥਾ ਕਰ ਸਕਦੇ। ਮਹਾਰਾਜ ਹਜੂਰ ਕਹਿੰਦੇ ਐਸਾ ਮਨ ਦੇ ਅੰਦਰ ਜਿਹੜੇ ਸੰਸਾਰ ਦੇ ਪੰਡਿਤ ਪਾਂਡੇ ਲੋਕ ਵੀ ਹੈ ਨਾ, ਉਹ ਵੀ ਮਨਾਂ ਵਿੱਚ ਹੰਕਾਰ ਹੀ ਕਰੀ ਰੱਖਦੇ ਹਨ। ਜੇ ਪੁੱਛਿਆ ਜਾਵੇ ਕਿ ਜੀਵਨ ਦੀ ਸਫਲਤਾ ਦੇ ਬਾਬਤ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਉਹ ਵੀ ਹਰ ਸਮੇਂ ਤਦਾਕਾਰ ਹੀ ਹੋ ਕੇ ਰਹਿੰਦੇ ਹਨ। ਸੋ ਅਸਥਾਨ ਬਤਾਵਹੁ ਮੀਤਾ। ਹੇ ਮੀਤਾ, ਮੇਰੇ ਮਿੱਤਰ ਜੀਵਾ, ਉਹ ਅਸਥਾਨ ਬਤਾਉਣਾ ਕਰੋ, ਅਥਵਾ ਬੇਨਤੀ ਕਰੀਏ ਮਹਾਰਾਜ, ਹੇ ਮਿੱਤਰ ਸਤਿਗੁਰੂ ਜੀ, ਉਹ ਚੰਗਾ ਅਸਥਾਨ ਸਾਨੂੰ ਦੱਸਣਾ ਕਰੋ। ਜਾ ਕੈ ਹਰ ਹਰ ਕੀਰਤਨ ਨੀਤਾ। ਜਿੱਥੇ ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਨਿਤਾ ਪ੍ਰਤੀ ਜਸ ਹੁੰਦਾ ਹੋਵੇ। ਉਹ ਕਿਹੜਾ ਮਹਾਰਾਜ ਅਸਥਾਨ ਹੈ? ਕਹਿੰਦੇ ਉਹ ਗੁਰੂ ਕੀ ਸਾਧ ਸੰਗਤ ਹੈ। ਉਹ ਪਰਮੇਸ਼ਰ ਦੀ ਬਣਾਈ ਹੋਈ ਜੋ ਸਤ ਸੰਗਤ ਹੈ, ਇਹ ਸਭ ਤੋਂ ਉੱਤਮ ਹੈ। ਜਿੱਥੇ ਕੇਵਲ ਪ੍ਰਮਾਤਮਾ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਕੇਵਲ ਪਰਮੇਸ਼ਰ ਦਾ ਜਸ ਕੀਤਾ ਜਾਂਦਾ ਹੈ,
ਸੰਸਾਰ ਦੀਆਂ ਖੁਸ਼ਾਮਦਾਂ ਛੱਡ ਕੇ ਕੇਵਲ ਇੱਕ ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ, ਕੇਵਲ ਪਰਮੇਸ਼ਰ ਦੇ ਨਾਮ ਦੀ ਉਪਮਾ ਕੀਤੀ ਜਾਂਦੀ ਹੈ। ਐਸਾ ਮਹਾਰਾਜ ਕਹਿੰਦੇ ਸਭ ਤੋਂ ਨੀਕਾ ਤੇ ਸਭ ਤੋਂ ਪਰਮ ਅਸਥਾਨ ਪਰਮੇਸ਼ਰ ਦੀ ਸਤ ਸੰਗਤ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸ਼ਾਸਤਰ ਵੇਦ ਪਾਪ ਪੁੰਨ ਵਿਚਾਰ। ਤੇ ਫਿਰ ਕਹਿਣ ਲੱਗੇ, ਹੇ ਜਗਿਆਸੂ, ਜੇ ਤੂੰ ਕਹਿੰਦਾ ਕਿ ਮੈਂ ਸ਼ਾਸਤਰਾਂ ਨੂੰ ਵੀ ਪੜ੍ਹਿਆ ਹੈ, ਵੇਦਾਂ ਨੂੰ ਵੀ ਪੜ੍ਹਿਆ, ਮਹਾਰਾਜ ਕਹਿੰਦੇ ਉਹ ਤਾਂ ਕੇਵਲ ਪਾਪ ਤੇ ਪੁੰਨਾਂ ਦੀ ਵਿਚਾਰ ਹੀ ਕਰਦੇ ਹੈ, ਕੇਵਲ ਪਾਪ ਅਤੇ ਪੁੰਨਾਂ ਦੇ ਬਾਬਤ ਹੀ ਕਥਨ ਕਰਦੇ ਹੈ, ਜੀਵਨ ਦੀ ਸਫਲਤਾ ਥੋੜ੍ਹਾ ਦੱਸਦੇ ਹਨ, ਜਾਂ ਕਰਮ ਕਾਂਡ ਕਰਨ ਦੇ ਲਈ ਦੱਸਦੇ ਆ, ਕਰਮ ਕਾਂਡਾਂ ਦਾ ਮੰਡਣ ਦੱਸਦੇ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਸ਼ਾਸਤਰ ਵੇਦ ਪਾਪ ਪੁੰਨ ਵਿਚਾਰ। ਇਹ ਜਿਹੜੇ ਸ਼ਾਸਤਰਾਂ ਤੇ ਵੇਦਾਂ ਦੀ ਵਿਚਾਰ ਕਰਨੀ ਹੈ, ਇਹ ਜਾਣ ਕੇ ਕੇਵਲ ਪਾਪ ਪੁੰਨਾਂ ਦੀ ਵਿਚਾਰ ਹੀ ਦੱਸਦੇ ਆ। ਨਰਕ ਸੁਰਗ ਫਿਰ ਫਿਰ ਅਵਤਾਰ। ਤੇ ਜੇ ਸ਼ਾਸਤਰਾਂ ਵੇਦਾਂ ਦੀ ਵਿਚਾਰਧਾਰਾ ਧਾਰਨ ਕਰ ਲਵੇ, ਕਰਮ ਕਾਂਡ ਜਾਂ ਦੁਨੀਆ ਦੇ ਸਾਧਨ ਕਰਨੇ ਸ਼ੁਰੂ ਕਰ ਦੇਵੇ, ਪਰਮੇਸ਼ਰ ਦਾ ਨਾਮ ਨਾ ਜਪੇ, ਨਰਕ ਸੁਰਗ ਫਿਰ ਫਿਰ ਅਵਤਾਰ, ਤੇ ਮੁਕਤ ਤਾਂ ਫਿਰ ਵੀ ਨਹੀਂ ਨਾ ਹੋਣ ਵਾਲਾ, ਕਦੇ ਨਰਕਾਂ ਵਿੱਚ ਤੇ ਕਦੇ ਸਵਰਗਾਂ ਦੇ ਵਿੱਚ। ਜੇ ਪਾਪ ਕਰਮ ਕਰੇਗਾ ਤੇ ਫਿਰ ਨਰਕਾਂ ਦੀ ਅੱਗ ਵਿੱਚ ਜ਼ਰੂਰ ਪੈਣਾ ਪਵੇਗਾ, ਤੇ ਜੇ ਪੁੰਨ ਦੇ ਕਰਮ ਕਰਦਾ, ਕਹਿੰਦਾ ਕਿ ਮੈਂ ਦਾਨ ਪੁੰਨ ਵੀ ਕਰਦਾ, ਇਹਦੇ ਫਲ ਕਰਕੇ, ਇਹਦੇ ਪ੍ਰਤਾਪ ਕਰਕੇ ਸਵਰਗਾਂ ਵਿੱਚ ਵੀ ਚਲਾ ਜਾਵੇਗਾ, ਮੁਕਤ ਤਾਂ ਫੇਰ ਵੀ ਨਹੀਂ ਹੋਣਾ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਨਾ, ਪੁੰਨੀ ਪਾਪੀ ਆਖਣ ਨਾਹੇ। ਮਹਾਰਾਜ ਕਹਿੰਦੇ ਜਿਹੜੇ ਸਾਡੇ ਗੁਰਸਿੱਖ ਹੈ ਨਾ, ਉਹਨਾਂ ਨੂੰ ਨਾ ਪੁੰਨੀ ਤੇ ਨਾ ਪਾਪੀ ਕਿਹਾ ਜਾ ਸਕਦਾ। ਉਹ ਪ੍ਰਮਾਤਮਾ ਦਾ ਭਜਨ ਕਰਦੇ ਹੈ, ਵਾਹਿਗੁਰੂ ਦਾ ਨਾਮ ਜਪਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਉੱਤਮ ਕਥਨ ਕੀਤਾ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਪਾਪ ਜਾਂ ਪੁੰਨ ਕਰਮ ਕਰਨੇ ਕਰਕੇ ਨਰਕਾਂ ਜਾਂ ਸਵਰਗਾਂ ਦੇ ਵਿੱਚ ਹੀ ਨਿਵਾਸ ਹੁੰਦਾ ਹੈ। ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ। ਤੇ ਜਿਹੜਾ ਜੀਵ ਗ੍ਰਸਤ ਭਾਵ ਗ੍ਰਸਤੀ ਬਣ ਜਾਂਦਾ ਨਾ, ਗ੍ਰਸਤ ਜੀਵਨ ਨੂੰ ਧਾਰਨ ਕਰ ਲੈਂਦਾ, ਮਹਾਰਾਜ ਕਹਿੰਦੇ ਇਹਦੇ ਵਿੱਚ ਚਿੰਤਾ ਬਣੀ ਰਹਿੰਦੀ ਹੈ, ਪਰਿਵਾਰ ਨੂੰ ਸਾਂਭਣ ਦੀ, ਟੱਬਰ ਨੂੰ ਪਾਲਣ ਦੀ ਚਿੰਤਾ ਬਣੀ ਰਹਿੰਦੀ ਹੈ। ਮਹਾਰਾਜ ਬੜਾ ਮੈਂ ਚਿੰਤਾਤਰ ਹੋ ਕਰਕੇ ਹਰ ਸਮੇਂ ਦੁਖੀ ਰਹਿੰਦਾ। ਤੇ ਫਿਰ ਜਿਹੜਾ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ, ਤੇ ਜਿਹੜਾ ਉਦਾਸੀ ਬਣ ਜਾਂਦਾ ਨਾ, ਉਦਾਸ ਧਰਮ ਨੂੰ ਧਾਰਨ ਕਰ ਲੈਂਦਾ, ਉਹ ਹੰਕਾਰ ਕਰਦਾ ਕਿ ਮੈਂ ਬੜਾ ਵੱਡਾ ਸੰਸਾਰ ਦੇ ਅੰਦਰ ਭਾਗਸ਼ਾਲੀ ਹਾਂ, ਮੈਂ ਗ੍ਰਸਤ ਜੀਵਨ ਵੀ ਨਹੀਂ ਧਾਰਨ ਕੀਤਾ, ਮੈਂ ਸਾਰਾ ਆਪਣੇ ਧਨ ਪਦਾਰਥ ਸਭ ਕੁਝ, ਜ਼ਮੀਨਾਂ ਜਾਇਦਾਦਾਂ, ਸਾਰਾ ਪਰਿਵਾਰ ਵੀ ਮੈਂ ਸਭ ਕੁਝ ਤਿਆਗ ਦਿੱਤਾ ਹੀ ਹੈ। ਹਜੂਰ ਕਹਿੰਦੇ ਹਨ ਕਿ ਉਹ ਵੀ ਆਪਣੇ ਮਨ ਦੇ ਵਿੱਚ ਹੰਕਾਰ ਕਰਦਾ ਹੈ, ਗ੍ਰਸਤੀ ਨੂੰ ਪਰਿਵਾਰ ਸਾਂਭਣ ਦੀ ਚਿੰਤਾ ਬਣੀ ਰਹਿੰਦੀ ਹੈ, ਉਹ ਹਰ ਸਮੇਂ ਦੁਖੀ ਹੋ ਕਰਕੇ ਰਹਿੰਦਾ ਹੈ। ਤੇ ਜਿਹੜਾ ਉਦਾਸੀ ਹੈ, ਉਦਾਸੀ ਅਹੰਕਾਰ, ਉਹਦੇ ਮਨ ਵਿੱਚ ਹੰਕਾਰ ਬਣਿਆ ਰਹਿੰਦਾ ਕਿ ਮੇਰੇ ਵਰਗਾ ਵਿਰਕਤ ਕੌਣ ਹੈ ਸੰਸਾਰ ਦੇ ਅੰਦਰ। ਉਹ ਆਪਣੇ ਉਦਾਸੀਪਨ ਦਾ ਹੀ ਹਰ ਸਮੇਂ ਹੰਕਾਰ ਕਰਦਾ ਹੈ। ਕਰਮ ਕਰਤ ਜੀ ਕੋ ਜੰਜਾਰ। ਇਸ ਲਈ ਮਹਾਰਾਜ ਕਹਿੰਦੇ ਜੀਵਾਂ ਨੂੰ ਕਰਮ ਕਰਦਿਆਂ ਹੋਇਆਂ ਜਾਣੋ ਕਿ ਸੰਸਾਰ ਦੇ ਜੰਜਾਲ ਪੈ ਰਹੇ ਹਨ। ਕਿਸੇ ਨੂੰ ਚਿੰਤਾ ਦਾ ਜੰਜਾਲ ਹੈ, ਕਿਸੇ ਨੂੰ ਸਰੀਰਾਂ ਦੇ ਮੋਹ ਦਾ ਜੰਜਾਲ ਪੈ ਰਿਹਾ ਹੈ, ਕਿਸੇ ਨੂੰ ਹੰਕਾਰ ਦਾ ਜਾਲ ਪੈ ਰਿਹਾ ਹੈ। ਇਹ ਸੰਸਾਰ ਦੇ ਜਿਹੜੇ ਜੀਵ ਕਰਮ ਕਰਦੇ ਆ ਨਾ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਇਹ ਜਾਣੋ ਸਭ ਜੰਜਾਲ ਹੀ ਜੀਵਾਂ ਤੇ ਪੈ ਰਹੇ ਹਨ। ਪ੍ਰਭ ਕਿਰਪਾ ਤੇ ਮਨ ਵਸ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੋ ਗਈ, ਉਹਨਾਂ ਦਾ ਮਨ ਵਸ ਵਿੱਚ ਆ ਗਿਆ ਹੈ। ਜੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਤਾਂ ਹੀ ਜੀਵ ਦਾ ਮਨ ਵਸ ਵਿੱਚ ਆਉਂਦਾ ਹੈ, ਨਹੀਂ ਤੇ ਹਰ ਸਮੇਂ ਸੰਸਾਰ ਦੇ ਅੰਦਰ ਹੀ ਭਟਕਦਾ ਰਹਿੰਦਾ ਹੈ। ਪੰਛੀਆਂ ਦੀ ਤਰ੍ਹਾਂ ਬਾਰ-ਬਾਰ ਉਡਾਰੀਆਂ ਮਾਰਦਾ ਰਹਿੰਦਾ ਹੈ। ਸੰਕਲਪ ਵਿਕਲਪਾਂ ਬਿਦ ਨਖੇਦ ਰੂਪੀ ਖੰਭਾਂ ਦੇ ਸਹਾਰੇ ਉਡਾਰੀਆਂ ਮਾਰਦਾ ਹੈ, ਤੇ ਪੰਛੀ ਜਿੱਦਾਂ ਦੇ ਰੁੱਖ ਕੇ ਜਾ ਕੇ ਬੈਠੇ ਉੱਦਾਂ ਦਾ ਉਹਨੂੰ ਫਲ ਖਾਣਾ ਪੈਂਦਾ, ਉੱਦਾਂ ਦਾ ਫਲ ਉਹਨੂੰ ਨਸੀਬ ਹੋ ਜਾਂਦਾ ਹੈ। ਜਿੱਦਾਂ ਦੇ ਰੁੱਖ ਤੇ ਜਾ ਕੇ ਉਡਾਰੀ ਮਾਰ ਕੇ ਬੈਠ ਜਾਂਦਾ। ਤੇ ਮਹਾਰਾਜ ਕਹਿੰਦੇ ਇਹ ਮਨ ਰੂਪ ਪੰਛੀ ਦੀ ਵੀ ਹਾਲਤ ਇਸੇ ਤਰ੍ਹਾਂ ਦੀ ਹੈ।
ਕਦੇ ਵਿਸ਼ੇ ਸੁੱਖਾਂ ਦੇ ਫਲਾਂ ਨੂੰ ਜਾ ਕੇ ਚੱਖਣ ਲੱਗ ਪੈਂਦਾ ਹੈ, ਕਦੇ ਸੰਸਾਰ ਦੇ ਮਾਇਆ ਦੇ ਸੁੱਖਾਂ ਨੂੰ ਰੁੱਖ ਦੇ ਜਾ ਕਰਕੇ ਫਲ ਖਾਣ ਲੱਗ ਪੈਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਮਨ ਦੀ ਹਾਲਤ ਹੈ। ਜਿੱਦਾਂ ਦੇ ਫਲ ਦੇ ਰੁੱਖ ਤੇ ਜਾ ਕਰਕੇ ਬੈਠਦਾ ਹੈ, ਸੋ ਤੈਸੋ ਫਲ ਖਾਏ, ਉਦਾਂ ਦਾ ਫਲ ਖਾਣ ਨੂੰ ਇਹਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਫਿਰ ਸੰਸਾਰ ਦੇ ਇਹ ਜਿਹੜੇ ਝੂਠੇ ਰਸਾਂ ਦੇ ਫਲਾਂ ਦੇ ਰਸ ਹੈ ਨਾ, ਝੂਠੇ ਮਾਇਆ ਦੇ ਸੁੱਖਾਂ ਦੇ ਰਸ ਹੈ, ਇਹਨਾਂ ਨੂੰ ਛੱਡ ਕੇ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਟਿਕ ਜਾਂਦਾ ਹੈ। ਪਰ ਇਹ ਤਾਂ ਜੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ, ਪ੍ਰਭ ਕਿਰਪਾ ਤੇ ਮਨ ਵਸ ਆਇਆ। ਵਾਹਿਗੁਰੂ ਦੀ ਕਿਰਪਾ ਕਰਕੇ ਮਹਾਰਾਜ ਕਹਿੰਦੇ ਇਹ ਮਨ ਵਸ ਵਿੱਚ ਆਉਣ ਵਾਲਾ ਹੈ। ਨਾਨਕ ਗੁਰਮੁਖ ਤਰੀ ਤਿਨ ਮਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਉਹਨਾਂ ਗੁਰਮੁਖ ਜਨਾਂ ਨੇ ਇਹ ਦੁੱਤਰ ਮਾਇਆ ਨੂੰ ਤਰ ਜਾਣਾ ਕੀਤਾ, ਪਾਰ ਹੋ ਗਏ ਹਨ, ਦੁਖਦਾਇਕ ਮਾਇਆ ਤੋਂ ਮੁਕਤ ਹੋ ਗਏ, ਆਜ਼ਾਦ ਹੋ ਗਏ ਹਨ। ਜਿਨ੍ਹਾਂ ਦੇ ਪ੍ਰਮਾਤਮਾ ਦੀ ਕਿਰਪਾ ਹੋਈ, ਜਿਨ੍ਹਾਂ ਦਾ ਮਨ ਵਸ ਵਿੱਚ ਆ ਗਿਆ ਹੈ, ਜਗਤ ਦੇ ਸੁੱਖਾਂ ਨੂੰ ਦੇਖ ਕਰਕੇ ਜਿਨ੍ਹਾਂ ਦਾ ਮਨ ਪਰਵਿਰਤਿਤ ਨਹੀਂ ਹੁੰਦਾ, ਸੰਸਾਰ ਦੇ ਪਦਾਰਥਾਂ ਨੂੰ ਦੇਖ ਕਰਕੇ ਜਿਨ੍ਹਾਂ ਦਾ ਚਿੱਤ ਲੁਭਾਇਮਾਨ ਨਹੀਂ ਹੁੰਦਾ, ਸਰੀਰ ਦੇਖ ਕਰਕੇ ਚਿੱਤ ਜਿਹੜਾ ਮੋਹਿਤ ਨਹੀਂ ਹੋਣਾ ਕਰਦਾ, ਮਹਾਰਾਜ ਕਹਿੰਦੇ ਮਨ ਜਿਨ੍ਹਾਂ ਦਾ ਵਸ ਵਿੱਚ ਆ ਗਿਆ, ਜਾਣੋ ਉਹਨਾਂ ਨੇ ਸੰਸਾਰ ਦੇ ਅੰਦਰ ਨਾਨਕ ਗੁਰਮੁਖ ਤਰੀ ਤਿਨ ਮਾਇਆ, ਤਿੰਨਾਂ ਗੁਰਮੁਖਾਂ ਨੇ ਇਸ ਦੁੱਤਰ ਮਾਇਆ ਨੂੰ ਪਾਰ ਕਰ ਦੇਣਾ ਕੀਤਾ। ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨਾਂ ਤੋਂ ਉਪਰਾਮ ਹੋ ਕੇ ਚੌਥੇ ਪਦ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਪਹੁੰਚ ਜਾਣਾ ਕੀਤਾ ਹੈ। ਚੌਥੇ ਪਦ ਕਉ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਤੇ ਜਿਨ੍ਹਾਂ ਨੇ ਇਸ ਵਾਹਿਗੁਰੂ ਜੀ ਦੇ ਪਦਵੀ ਦੀ ਵਿਚਾਰ ਕੀਤੀ ਹੈ, ਤਿੰਨਾਂ ਨੇ ਪਰਮ ਪਦਵੀ ਨੂੰ ਪਾਵਨਾ ਕੀਤਾ। ਸਤਿਗੁਰੂ ਜੀ ਮਿਹਰ ਕਰਨ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਕਹਿੰਦੇ ਹਨ ਸਾਧ ਸੰਗ ਹਰ ਕੀਰਤਨ ਗਾਈਐ, ਇਹੋ ਅਸਥਾਨ ਗੁਰੂ ਤੇ ਪਾਈਐ। ਕਿ ਜਿਹੜਾ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਕੀਰਤਨ ਕਰਨਾ, ਜਸ ਗਾਉਣਾ ਹੈ, ਸਭ ਤੋਂ ਉੱਤਮ ਹੈ। ਪਰ ਇਹ ਅਮੋਲਕ ਦਾਤ ਪੂਰੇ ਸਤਿਗੁਰੂ ਜੀ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਮਿਹਰ ਕਰਨ ਤਾਂ ਹੀ ਸਾਧ ਸੰਗਤ ਜੀ ਇਸ ਅਮੋਲਕ ਦਾਤ ਨੂੰ ਪਾਇਆ ਜਾਂਦਾ ਹੈ। ਰਹਾਉ ਦੂਜਾ, ਮਹਾਰਾਜ ਸਾਹਿਬ ਜੀ ਨੇ ਇਸ ਸ਼ਬਦ ਦੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਵੀ ਮਹਾਰਾਜ ਜੀ ਨੇ ਰਹਾਉ ਦੂਜਾ ਫਿਰ ਰਹਾਉ ਉਚਾਰਨ ਕੀਤਾ। ਭਾਵ ਜੋ ਪਹਿਲਾ ਸਵਾਲ ਪੁੱਛਿਆ ਹੋਵੇ ਨਾ, ਤੇ ਮਹਾਰਾਜ ਸਾਹਿਬ ਜੀ ਦੁਬਾਰਾ ਫਿਰ ਰਹਾਉ ਉਚਾਰਨ ਕਰਦੇ, ਉਹਦੇ ਵਿੱਚ ਜਵਾਬ ਹੁੰਦਾ। ਕਈ ਸ਼ਬਦਾਂ ਦੇ ਵਿੱਚ ਆਉਂਦਾ ਹੈ ਰਹਾਉ ਦੂਜਾ, ਗੁਰਬਾਣੀ ਦੇ ਅੰਦਰ ਦੂਜੇ ਰਹਾਉ ਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਹੁੰਦਾ। ਇੱਕ ਸ਼ਬਦ ਦੇ ਵਿੱਚ ਇੱਕ ਰਹਾਉ ਹੁੰਦਾ ਤੇ ਉਹਦੇ ਵਿੱਚ ਮੁੱਖ ਭਾਵ ਹੁੰਦਾ ਹੈ। ਭਾਵ ਸਮੁੱਚੇ ਸ਼ਬਦ ਦਾ ਉਹਦੇ ਵਿੱਚ ਭਾਵ ਹੁੰਦਾ ਹੈ ਕਿ ਇਹ ਸ਼ਬਦ ਦੇ ਆਧਾਰ ਤੇ ਜਿਹੜਾ ਇਹ ਰਹਾਉ ਦੀਆਂ ਤੁਕਾਂ ਹਨ, ਰਹਾਉ ਦੀਆਂ ਪੰਕਤੀਆਂ ਹਨ, ਇਹਦੇ ਆਧਾਰ ਤੇ ਸਾਰਾ ਸ਼ਬਦ ਜਿਹੜਾ ਮਹਾਰਾਜ ਜੀ ਨੇ ਉਚਾਰਨ ਕੀਤਾ। ਤੇ ਜੇ ਦੂਜਾ ਰਹਾਉ ਹੁੰਦਾ ਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਵਾਬ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਾਧ ਸੰਗ ਹਰ ਕੀਰਤਨ ਗਾਈਐ, ਇਹੋ ਅਸਥਾਨ ਗੁਰੂ ਤੇ ਪਾਈਐ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।